ਸੋ ਸਮਾਂ ਇਸ ਵੇਲੇ 2:11 ਤੇ ਗੁਰਸ਼ੀਨ ਆਪਣੇ ਨਾਲ ਦੋ ਖਾਸ ਪਰਸਨੈਲਿਟੀਜ਼ ਪੰਜਾਬ ਤੋਂ ਫੋਨ ਲਾਈਨ ਦੇ ਉੱਪਰ ਇਸ ਵੇਲੇ ਜੁੜ ਚੁੱਕੇ ਨੇ। ਜੀ ਹਮੇਸ਼ਾ ਅਸੀਂ ਜਦੋਂ ਗੱਲ ਕਰੀਦੀ ਹੈ ਕਿ ਕਈ ਵਾਰੀ ਸੰਜੀਦਾ ਲੇਖਣੀ ਦੀ, ਸੰਜੀਦਾ ਗਾਇਕੀ ਦੀ, ਸਿੱਖੇ ਹੋਏ ਲੋਕਾਂ ਦੀ ਗੱਲ ਹੋਵੇ, ਜਦੋਂ ਨਾਲ ਦੀ ਨਾਲ ਐਕਸਪੀਰੀਅੰਸਡ ਜਿਹੜੇ ਪਰਸਨੈਲਿਟੀਜ਼ ਦਾ ਜ਼ਿਕਰ ਚੱਲਦਾ, ਚਾਹੇ ਉਹ ਪੱਤਰਕਾਰਿਤਾ ਦੀ ਗੱਲ ਹੈ ਤੇ ਚਾਹੇ ਉਹ ਸਮਾਜ ਸੁਧਾਰਕ ਦੇ ਤੌਰ ਦੇ ਉੱਤੇ ਹੋਵੇ, ਚਾਹੇ ਉਹ ਪੰਜਾਬੀ ਮਾਂ ਬੋਲੀ ਦੀ ਗੱਲ ਹੋਵੇ, ਤਾਂ ਉਸ ਵੇਲੇ ਸਾਡੇ ਲਈ ਸਾਰਿਆਂ ਦੇ ਲਈ ਬਹੁਤ ਸਤਿਕਾਰਤ ਪਰਸਨੈਲਿਟੀ ਨੇ ਸਤਨਾਮ ਮਾਣਕ ਸਾਹਿਬ। ਸੋ ਉਹ ਮੇਰੇ ਨਾਲ ਨਹੀਂ, ਆਪਣੇ ਦੋਨਾਂ ਨਾਲ ਗੱਲ ਕਰਨਗੇ ਤੇ ਸਾਡੇ ਸਾਰੇ ਸਰੋਤਿਆਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਇੱਕ ਖਾਸ ਵਿਸ਼ੇ ਦੇ ਉੱਪਰ ਗੱਲ ਕਰਨੀ ਹੈ। ਪਹਿਲਾਂ ਆਜੋ ਮਾਣਕ ਸਾਹਿਬ ਦਾ ਸਵਾਗਤ ਕਰਦੇ ਹਾਂ। ਮਾਣਕ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਕਰ ਰਹੇ ਹਾਂ ਜੀ ਸਾਡੇ ਅੱਜ ਦੇ ਇਸ ਸ਼ੋਅ ਦੇ ਵਿੱਚ 1350 AM ਤੇ ਰੇਡੀਓ ਹਮਸਫਰ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਤੁਹਾਡੇ ਸਾਰੇ ਰੇਡੀਓ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ। ਬਹੁਤ ਧੰਨਵਾਦ ਸਰ। ਮਾਣਕ ਸਾਹਿਬ, ਅਕਸਰ ਤੁਹਾਡੇ ਨਾਲ ਜਦੋਂ ਕਿਤੇ ਆਫ ਦੀ ਏਅਰ ਜਾਂ ਔਨ ਦੀ ਏਅਰ ਜਦੋਂ ਵੀ ਕਿਤੇ ਗੱਲ ਹੁੰਦੀ ਤਾਂ ਇੱਕ ਵੱਖਰੀ ਤਰ੍ਹਾਂ ਦਾ ਸਕੂਨ, ਇੱਕ ਵੱਖਰੀ ਤਰ੍ਹਾਂ ਦਾ ਅਹਿਸਾਸ, ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਕਹਿ ਲਈਏ ਕਿ ਕੌਨਫੀਡੈਂਸ ਜਿਹੜਾ ਸਾਨੂੰ ਮੰਨਣ ਨੂੰ, ਸਮਝਣ ਨੂੰ, ਅਨੁਭਵ ਕਰਨ ਨੂੰ ਮਿਲਦਾ, ਜਿਹਦੇ ਕਰਕੇ ਆਪਾਂ ਅਕਸਰ ਗੱਲ ਕਰੀਦੀ ਹੈ ਕਿ ਚਾਹੇ ਤਾਂ ਉਹ ਪੰਜਾਬੀਅਤ ਦੀ ਗੱਲ ਹੋ ਰਹੀ ਹੈ, ਚਾਹੇ ਉਹ ਸਮਾਜ ਨਾਲ ਜੁੜੇ ਹੋਏ ਸਰੋਕਾਰਾਂ ਦੀ ਗੱਲ ਹੋ ਰਹੀ ਹੈ, ਤੇ ਚਾਹੇ ਉਹਦੇ ਵਿੱਚ ਕੋਈ ਨਾ ਕੋਈ ਸਿਆਸਤ ਜਿਹੜੀ ਹੈ ਜੀ ਜਿਸ ਰੂਪ ਚ ਭਖਦੀ ਹੈ ਔਰ ਤੁਸੀਂ ਉਹਦੇ ਤੇ ਬੜੀ ਨੇੜੇ ਦੀ ਨਜ਼ਰ ਰੱਖਦੇ ਹੋ, ਤੇ ਚਾਹੇ ਜਿਹੜਾ ਤੁਹਾਡਾ ਲਿਖਣ ਦਾ ਜਾਂ ਫਿਰ ਹੁਣ ਅੱਜ ਕੱਲ੍ਹ ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਬੈਕ ਟੂ ਬੈਕ ਤੁਹਾਡੇ ਕਾਫੀ ਸਾਰੇ ਗੀਤ ਜਿਹੜੇ ਨੇ ਉਹ ਵੀ ਮਾਰਕੀਟ ਦੇ ਵਿੱਚ ਆਏ ਨੇ। ਸੋ ਉਹ ਸਾਰੀਆਂ ਮਲਟੀ ਡਾਇਮੈਂਸ਼ਨਲ ਅਪਰੋਚਿਸ ਨੂੰ ਲੈ ਕੇ ਅੱਜ ਫਿਰ ਇੱਕ ਵਾਰ ਤੁਹਾਨੂੰ ਖੇਚਲ ਦਿੱਤੀ ਸੀ ਤੇ ਸਬੱਬ ਇਹ ਬਣਿਆ ਕਿ ਇੱਕ ਨਵਾਂ ਗੀਤ ਜਿਹੜਾ ਜੀ, ਜਿੱਥੇ ਆਜ਼ਾਦੀ ਦੇ ਜਸ਼ਨ ਇੱਕ ਪਾਸੇ ਮਨਾਏ ਜਾਣੇ ਆ, ਪਰ ਉਹਨਾਂ ਜਸ਼ਨਾਂ ਦੇ ਵਿੱਚ ਉਹਨਾਂ ਨਾਲ ਰਿਲੇਟ ਕਰਦੀ ਹੋਈ ਇੱਕ ਜਿਹੜੀ ਤੁਸੀਂ ਆਪਣੀ ਪੇਸ਼ਕਸ਼ ਲੈ ਕੇ ਆਏ ਹੋ, ਜਿਹਨੂੰ ਆਵਾਜ਼ ਦਿੱਤੀ ਹੈ ਯਾਕੂਬ ਨੇ, ਸਾਡਾ ਛੋਟਾ ਵੀਰ। ਅੱਗੇ ਚੱਲ ਕੇ ਆਪਾਂ ਉਹਨਾਂ ਨੂੰ ਵੀ ਨਾਲ ਜੁਆਇਨ ਕਰਾਂਗੇ, ਉਹ ਵੀ ਸਾਡੇ ਨਾਲ ਹੋਣਗੇ। ਪਰ ਪਹਿਲਾਂ ਤਾਂ ਸਰ ਦੱਸੋ, ਇਹ ਜਿਹੜਾ ਸਾਰੀਆਂ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਪੱਤਰਕਾਰਿਤਾ ਤੋਂ ਲੈ ਕੇ ਤਾਂ ਹੁਣ ਇਹ 47 ਵੇਲੇ ਤੱਕ ਦੇ ਜਿਹੜੇ ਦਰਦ ਨੂੰ ਜੇ ਜ਼ਿਕਰ ਕਰਨਾ, ਬਿਆਨ ਕਰਨਾ, ਇਹ ਕਿਵੇਂ ਫੁਰਨਾ ਫੁਰਿਆ ਸਰ? ਇਹ ਗੀਤ ਕਿਉਂ ਤੁਹਾਨੂੰ ਲੱਗਿਆ ਕਿ ਇਹ ਇਸ ਰੂਪ ਦੇ ਵਿੱਚ ਸਾਹਮਣੇ ਆਉਣਾ ਚਾਹੀਦਾ? ਹਰਜਿੰਦਰ ਗਿੱਲ ਜੀ, ਤੁਸੀਂ ਬਹੁਤ ਸਾਰੇ ਸ਼ਬਦ ਮੇਰੇ ਬਾਰੇ ਕਹੇ ਆ, ਬਹੁਤ ਸਾਰੀਆਂ ਗੱਲਾਂ ਕੀਤੀਆਂ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਮੈਂ ਸ਼ਾਇਦ ਇੰਨਾ ਯੋਗ ਨਹੀਂ ਹੈ, ਪਰ ਜਿੰਨਾ ਤੁਸੀਂ ਪਿਆਰ ਤੇ ਸਤਿਕਾਰ ਮੈਨੂੰ ਦਿੰਦੇ ਆ ਉਹ ਮੇਰੇ ਲਈ ਬਹੁਤ ਵੱਡੀ ਗੱਲ ਹੈਗੀ ਆ। ਬਾਕੀ ਜਿੱਥੋਂ ਤੱਕ ਇਸ ਗਾਣੇ ਦੀ ਜਾਂ ਦੇਸ਼ ਦੀ ਵੰਡ ਦੀ ਗੱਲ ਹੈ, ਇਹ ਜਿਹੜਾ ਬਚਪਨ ਤੋਂ ਹੀ ਜਿਹੜਾ ਮੇਰੇ ਲਈ ਇੱਕ ਬਹੁਤ ਹੀ ਜਜ਼ਬਾਤੀ ਵਿਸ਼ਾ ਹੈਗਾ। ਜਦੋਂ ਮੈਂ ਇਹਦੇ ਚ BA ਚ ਪੜ੍ਹ ਰਿਹਾ ਸੀ, ਸਿੱਖ ਨੈਸ਼ਨਲ ਕਾਲਜ ਬੰਗਾ ਚ, ਤੇ ਉਦੋਂ ਮੈਂ ਆਪਣੇ ਨਾਨਕਿਆਂ ਦੇ ਪਿੰਡ ਚ ਰਹਿੰਦਾ ਸੀਗਾ, ਝਿੱਕੇ ਲੁਧਿਆਣੇ। ਤੇ ਪਾਕਿਸਤਾਨ, ਜਦੋਂ ਮੈਂ ਇੱਥੇ ਰਹਿੰਦਾ ਸੀ ਨਾ ਝਿੱਕੇ ਲੁਧਿਆਣੇ, ਮੈਂ ਬੰਗਾ ਕਾਲਜ ਪੜ੍ਹਦਾ ਸੀਗਾ, ਗ੍ਰੈਜੂਏਸ਼ਨ ਜਿੱਥੋਂ ਮੈਂ ਕੀਤੀ ਹੈ। ਠੀਕ ਹੈ। ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ? ਹਾਂਜੀ, ਬਿਲਕੁਲ ਬਿਲਕੁਲ। ਉਦੋਂ ਜਿਹੜਾ ਪਾਕਿਸਤਾਨ ਦੇ ਰੇਡੀਓ ਤੋਂ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ, ਸੱਜਰੀ ਸਵੇਰ। ਉਹਦੇ ਚ ਜਿਹੜੇ ਪਾਕਿਸਤਾਨ ਦੇ ਬਹੁਤ ਹੀ ਅੱਛੇ ਜਿਹੜੇ ਫਨਕਾਰ ਸੀਗੇ, ਉਹਨਾਂ ਦੇ ਬਾਰੇ ਗਾਣੇ ਆਉਂਦੇ ਸੀ, ਉਹਨਾਂ ਦੇ ਬਾਰੇ ਜਾਣਕਾਰੀ ਆਉਂਦੀ ਸੀਗੀ, ਕੁਝ ਗੱਲਾਂ ਆਉਂਦੀਆਂ ਸੀ, ਕੁਝ ਸੰਗੀਤ ਹੁੰਦਾ ਸੀ। ਉਹ ਪ੍ਰੋਗਰਾਮ ਮੈਂ ਬਹੁਤ ਦੇਖਦਾ ਸੀ, ਬਹੁਤ ਪਸੰਦ ਕਰਦਾ ਸੀ ਉਹਨੂੰ। ਬਾਕੀ ਫਿਰ ਹੌਲੀ ਹੌਲੀ ਜਿਹੜਾ ਵੰਡ ਦਾ ਲਿਟਰੇਚਰ ਪੜ੍ਹਿਆ ਤੇ ਉਹਦੇ ਚ ਮੈਨੂੰ ਲੱਗਿਆ ਕਿ ਇਸ ਖਿੱਤੇ ਦੇ ਜਿਹੜੇ ਲੋਕ ਆ, ਜਿਹੜੇ ਉਹਨਾਂ ਨਾਲ ਬਹੁਤ ਜ਼ਿਆਦਤੀ ਹੋਈ ਹੈ ਕਿ ਤੁਸੀਂ ਜਿਹੜਾ ਇੰਨੇ ਵੱਡੀ ਗਿਣਤੀ ਚ ਲੋਕ ਭਾਰਤ ਦੇ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਉਹਦੇ ਚ ਪੰਜਾਬ ਅੱਗੇ ਹੋ ਕੇ ਕੁਰਬਾਨੀਆਂ ਕਰ ਰਿਹਾ ਸੀਗਾ, ਲੋਕ ਫਾਂਸੀਆਂ ਤੇ ਚੜ੍ਹ ਰਹੇ ਆ, ਲੋਕ ਜਲਾਵਤਨ ਹੋ ਰਹੇ ਆ, ਅੰਡੇਮਾਨ ਨਿਕੋਬਾਰ ਦੀਆਂ ਜੇਲ੍ਹਾਂ ਭੁਗਤ ਰਹੇ ਆ। ਤੇ ਜਦੋਂ ਇਹ 100 ਸਾਲ ਤੱਕ ਇਹ ਸੰਘਰਸ਼ ਚੱਲਿਆ ਤੇ ਜਦੋਂ ਆਜ਼ਾਦੀ ਆਈ ਤੇ ਲੋਕਾਂ ਦਾ ਉਜਾੜਾ ਪੈ ਗਿਆ ਔਰ ਲੋਕਾਂ ਨੂੰ ਜਬਰੀ ਜਿਹੜੇ ਆਪਣੇ ਘਰ ਬਾਹਰ ਛੱਡਣੇ ਪਏ। ਇਹ 10 ਲੱਖ ਲੋਕ ਮਾਰੇ ਗਏ ਤੇ 1 ਕਰੋੜ ਲੋਕਾਂ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਕੇ ਆਬਾਦ ਹੋਣਾ ਪਿਆ। ਇਹ ਇੱਕ ਬਹੁਤ ਵੱਡਾ ਜਿਹੜਾ 20ਵੀਂ ਸਦੀ ਦਾ ਦੁਖਾਂਤ ਮੈਨੂੰ ਲੱਗਦਾ ਇਹ ਹੀਰੋਸ਼ੀਮਾ ਤੇ ਨਾਗਾਸਾਕੀ ਤੋਂ ਵੀ ਵੱਡਾ ਦੁਖਾਂਤ ਆ। ਉਹ ਵੀ ਬਹੁਤ ਵੱਡਾ ਦੁਖਾਂਤ ਸੀਗਾ, ਜਿਹੜਾ ਲੋਕ ਵਸਦਿਆਂ ਲੋਕਾਂ ਨੂੰ ਅਚਾਨਕ ਹੀ ਉਹਨਾਂ ਦੇ ਉੱਪਰ ਬੰਬ ਸੁੱਟੇ ਗਏ, ਲੋਕ ਤਬਾਹ ਹੋ ਗਏ, ਬੁਰੀ ਤਰ੍ਹਾਂ ਜਲ ਗਏ, ਝੁਲਸ ਗਏ, 2.5-3 ਲੱਖ ਲੋਕ ਉਹਦੇ ਮਰੇ। ਪਰ ਇਸ ਜਿਹੜਾ ਦੁਖਾਂਤ ਸੀਗਾ ਜਿਹੜਾ ਵੰਡ ਦਾ, ਇਹ 10 ਲੱਖ ਲੋਕ ਮਰੇ ਆ ਔਰ 80,000 ਔਰਤਾਂ ਉਧਾਲੀਆਂ ਗਈਆਂ, ਜਿਨ੍ਹਾਂ ਵਿੱਚੋਂ ਜਬਰੀ ਉਹਨਾਂ ਦੇ ਵਿਆਹ ਕੀਤੇ ਗਏ,
ਦੂਜੇ ਧਰਮਾਂ ਦੇ ਲੋਕਾਂ ਨਾਲ, ਤੇ ਇੱਕ ਉਹਨਾਂ ਨਾਲ ਬਹੁਤ ਸਾਰੇ ਬਲਾਤਕਾਰ ਵੀ ਹੋਏ। ਹੁਣ ਇਹ ਸਾਰੀ ਚੀਜ਼ ਇਤਿਹਾਸ ਦਾ ਹਿੱਸਾ ਆ। ਮੈਂ ਸਮਝਦਾ ਕਿ ਜਿਹੜਾ ਜਦੋਂ ਪਰਮਾਣੂ ਹਥਿਆਰਾਂ ਦੀ ਗੱਲ ਹੁੰਦੀ ਆ ਤਾਂ ਜਾਪਾਨ ਦੀ ਸਰਕਾਰ ਜਿਹੜੀ ਆ ਉਹ ਹਮੇਸ਼ਾ ਉਹਦੇ ਖਿਲਾਫ ਸਟੈਂਡ ਲੈਂਦੀ ਹੈ, ਤੇ ਉੱਥੇ ਹੀਰੋਸ਼ੀਮਾ ਨਾਗਾਸਾਕੀ ਦਾ ਸਮਾਰਕ ਬਣਿਆ ਹੋਇਆ, ਜਿੱਥੇ ਜਾ ਕੇ ਲੋਕ ਜਿਹੜੇ ਆ ਪਛਤਾਪ ਕਰਦੇ ਆ ਕਿ ਪਰਮਾਣੂ ਹਥਿਆਰ ਨਹੀਂ ਹੋਣਾ ਚਾਹੀਦੇ। ਪਰ ਸਾਡੇ ਖਿੱਤੇ ਦੇ ਪੋਲੀਟੀਸ਼ੀਅਨ ਨੇ, ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ, ਬੰਗਲਾਦੇਸ਼ ਦੀਆਂ ਸਰਕਾਰਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਅਸੀਂ ਜਿਨ੍ਹਾਂ ਗੱਦੀਆਂ ਤੇ ਅੱਜ ਬੈਠੇ ਆ, ਜਿਹੜੀਆਂ ਹੁਕੂਮਤਾਂ ਮਾਣ ਰਹੇ ਆ, ਜਿਹੜੇ ਦੇਸ਼ ਚਲਾ ਰਹੇ ਆ, ਇਹਦੇ 'ਚ 10 ਲੱਖ ਲੋਕਾਂ ਦਾ ਕਤਲੇਆਮ ਹੋਇਆ ਤੇ ਇਹ ਤੇ ਪਛਤਾਪ ਨਹੀਂ ਕੀਤਾ, ਕੋਈ ਵੱਡੀ ਯਾਦਗਾਰ ਨਹੀਂ ਬਣੀ। ਤੇ ਅੱਜ ਤੱਕ ਇਹ ਜਿਹੜਾ ਦਿਖਾਂਤ ਆ ਉਹ ਲੋਕਾਂ ਦੇ ਉੱਪਰ ਇਹਦੇ ਪ੍ਰਭਾਵ ਆ ਅੱਜ ਤੱਕ ਵੀ। ਤੇ ਜਿਨ੍ਹਾਂ ਲੋਕਾਂ ਨੂੰ ਅਚਾਨਕ ਆਪਣੇ ਘਰ ਛੱਡਣੇ ਪਏ, ਉਹ ਅੱਜ ਵੀ ਜਾ ਕੇ ਆਪਣੇ ਪਿੰਡਾਂ ਸ਼ਹਿਰਾਂ ਨੂੰ ਦੇਖਣਾ ਚਾਹੁੰਦੇ ਆ, ਆਪਣੇ ਗੁਆਂਢੀਆਂ ਨੂੰ ਮਿਲਣਾ ਚਾਹੁੰਦੇ ਆ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਆ ਗਈ ਆ, ਪਰ ਇਹ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੀਆਂ ਸਰਕਾਰਾਂ ਨੇ ਅਜੇ ਵੀ ਇੰਨਾ ਵੀ ਨਹੀਂ ਕਿਹਾ ਕਿ ਜਿੰਨੇ ਕੁ ਲੋਕ ਜਿਉਂਦੇ ਹੁਣ ਬਚ ਗਏ ਆ ਉਹਨਾਂ ਨੂੰ ਅਸੀਂ ਮੌਕਾ ਦਿੰਦੇ ਆ ਕਿ ਇਸ ਸਾਲ ਤੁਸੀਂ ਆਪਣੇ ਘਰ, ਆਪਣੇ ਸ਼ਹਿਰ, ਆਪਣੇ ਪਿੰਡ ਜਿਹੜੇ ਆ ਉਹਨਾਂ ਨੂੰ ਜਾ ਕੇ ਦੇਖ ਲਓ, ਅਸੀਂ ਤੁਹਾਨੂੰ ਆਸਾਨੀ ਨਾਲ ਤੁਹਾਨੂੰ ਵੀਜ਼ੇ ਮੁਹੱਈਆ ਕਰਦੇ ਹਾਂ। ਅੱਜ ਤੱਕ ਇਹਨਾਂ ਪਛਤਾਪ ਨਹੀਂ ਕੀਤਾ। ਇਸ ਪੀੜ ਵਿੱਚੋਂ ਜਿਹੜਾ ਇਹ ਗਾਣਾ ਕੰਡੇ 47 ਵਾਲੇ ਮੈਂ ਲਿਖਿਆ ਸੀਗਾ, ਜਿਹਨੂੰ ਯਕੂਬ ਨੇ ਆਵਾਜ਼ ਦਿੱਤੀ ਹੈ। ਅੱਛਾ ਮਾਨਕ ਸਾਹਿਬ, ਇਹ ਵਾਕਈ ਚਲੋ ਅਸੀਂ ਮੈਂ ਸਮਝਦਾ ਕਿ ਜਦੋਂ ਅਸੀਂ ਸਾਡੀ ਜਦੋਂ ਦੀ ਸੂਰਤ ਹੈ, ਅਸੀਂ ਤਾਂ ਸ਼ਾਇਦ ਰੱਬ ਨਾ ਕਰੇ ਕਦੀ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਮੰਜ਼ਰ ਦੇਖਣਾ ਪਵੇ ਜਾਂ ਉਹਨੂੰ ਯਾਦ ਕਰਨਾ ਪਵੇ, ਪਰ ਇਹ ਗੱਲ ਸੱਚੀ ਹੈ ਤੁਹਾਡੀ ਕਿ ਸਾਨੂੰ ਸੋਚ ਕੇ ਇਹਦੇ ਬਾਰੇ 'ਚ ਕਿੰਨਾ ਦਰਦ ਹੋ ਰਿਹਾ। ਤੇ ਜਿਹੜੇ ਲੋਕ ਹੰਢਾ ਰਹੇ ਹੋਣਗੇ, ਜਿਨ੍ਹਾਂ ਦੇ ਉੱਤੇ ਬੀਤੀ ਹੈ ਇਹ, ਜਿਹੜੇ ਇਸ ਵੰਡ ਦਾ ਸ਼ਿਕਾਰ ਹੋਏ ਤੇ ਅੱਜ ਵੀ ਜਿਉਂਦੇ ਨੇ, ਤੇ ਪਰ ਉਹਨਾਂ ਨੂੰ ਆਪਣੇ ਜੱਦੀ ਘਰਾਂ ਨੂੰ, ਆਪਣੇ ਜੱਦੀ ਇਲਾਕਿਆਂ ਨੂੰ, ਆਪਣੇ ਉਹਨਾਂ ਪਰਿਵਾਰਾਂ ਨੂੰ ਮਿਲਣ ਦੇ ਲਈ ਅੱਜ ਉਹ ਕਿਵੇਂ ਤੜਫ ਰਹੇ ਹੋਣਗੇ। ਇਹ ਦਰਦ ਸੱਚਮੁੱਚ ਇਹੋ ਜਿਹਾ ਦਰਦ ਹੈ ਜਿਹੜਾ ਜਿਹਨੇ ਹੰਢਾਇਆ ਸ਼ਾਇਦ ਉਹੀ ਉਹਨੂੰ ਬਿਆਨ ਕਰ ਸਕਦਾ। ਅਸੀਂ ਤਾਂ ਸਿਰਫ ਉਹਨੂੰ ਪੜ੍ਹ ਕੇ, ਦੇਖ ਕੇ, ਸੁਣ ਕੇ ਜਿਹੜਾ ਇੱਕ ਉਹਦੇ ਉੱਤੇ ਅਫਸੋਸ ਕਰ ਸਕਦੇ ਹਾਂ। ਪਰ ਸੱਚੀ ਇਹ ਗੱਲ ਤੁਹਾਡੀ ਬੜੀ ਸਹੀ ਲੱਗੀ ਮੈਨੂੰ ਕਿ ਅਸੀਂ ਇਹ ਐਂਗਲ ਬਹੁਤੇ ਲੋਕ ਭੁੱਲੇ ਬੈਠੇ ਹੋਣਗੇ। ਸੋ ਇੱਕ ਵਾਰੀ ਮੈਂ ਪਹਿਲਾਂ ਤਾਂ ਇਸ ਗੀਤ ਨੂੰ ਵੀ ਆਪਾਂ ਸਾਂਝਾ ਕਰਨਾ, ਪਰ ਯਾਕੂਬ ਹੁਰੀ ਵੀ ਆਪਣੇ ਨਾਲ ਆ ਚੁੱਕੇ ਹੈ, ਸੋ ਉਹਨਾਂ ਨੂੰ ਵੀ ਆਪਾਂ ਔਨ ਏਅਰ ਕਰਦੇ ਹਾਂ, ਪੁੱਛਦੇ ਹਾਂ ਉਹਨਾਂ ਦੇ ਕੋਲੋਂ ਇਸ ਗੀਤ ਦੇ ਬਾਰੇ 'ਚ ਉਹਨਾਂ ਦਾ ਕੀ ਪ੍ਰਭਾਵ ਰਿਹਾ, ਕਿਉਂਕਿ ਅਫਕੋਰਸ ਉਹਨਾਂ ਨੇ ਵੀ ਇਹ ਦੌਰ ਤਾਂ ਖੁਦ ਤਾਂ ਨਹੀਂ ਹੰਢਾਇਆ, ਪਰ ਇਸ ਗੀਤ ਦੇ ਵਿੱਚ ਜਦੋਂ ਉਹਨਾਂ ਨੇ ਆਪਣੀ ਭਾਵਨਾ ਜੋੜਨੀ ਸੀ ਤਾਂ ਕੀ ਅਹਿਸਾਸ ਸੀ ਉਹਨਾਂ ਦਾ। ਆਜੋ ਪੁੱਛਦੇ ਹਾਂ। ਪਹਿਲਾਂ ਤਾਂ ਯਾਕੂਬ, ਤੁਹਾਡਾ ਬਹੁਤ-ਬਹੁਤ ਸਵਾਗਤ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ। ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ ਭਾਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਤੇ ਹਾਂਜੀ ਯਾਕੂਬ, ਬਹੁਤ ਸ਼ੁਕਰੀਆ ਵੀਰ, ਥੈਂਕ ਯੂ। ਪਹਿਲਾਂ ਤਾਂ ਦੇਖੋ, ਤੁਸੀਂ ਪਹਿਲਾਂ ਵੀ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਆਪਾਂ ਗੱਲ ਕੀਤੀ ਸੀ ਤਾਂ ਮਾਣਕ ਸਾਹਿਬ ਦੀ ਰਚਨਾ ਨੂੰ ਤੁਸੀਂ ਬਹੁਤ ਬਖੂਬੀ ਪੇਸ਼ ਕੀਤਾ ਸੀ। ਆਪਣਾ ਜਿਹੜਾ ਤੁਹਾਡਾ ਸਟਾਈਲ ਹੈ, ਪਹਿਲਾਂ ਤਾਂ ਉਹਦੇ ਲਈ ਵੀ ਇੱਕ ਵਾਰ ਫਿਰ ਮੈਂ ਰਿਪੀਟ ਹੀ ਕਰਾਂਗਾ ਉਹ ਸਾਰੇ ਦੇ ਸਾਰੇ ਸ਼ਬਦ ਜੋ ਪਹਿਲਾਂ ਕਹੇ ਸੀ। ਤੁਸੀਂ ਮੰਝੇ ਹੋਏ ਹੋ, ਸਿੱਖੇ ਹੋਏ ਹੋ ਤੇ ਇਸ ਫੀਲਡ ਦਾ ਤੁਹਾਨੂੰ ਗਿਆਨ ਵੀ ਹੈ। ਤੇ ਬਾਕੀ ਮਾਣਕ ਸਾਹਿਬ, ਉਹਨਾਂ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ, ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਉਹ ਤਾਂ। ਹਾਂਜੀ, ਬਿਲਕੁਲ। ਔਰ ਦੁਨੀਆ ਭਰ ਦੇ ਵਿੱਚ ਜਿੰਨੇ ਲੋਕ ਵੀ ਇਸ ਵੇਲੇ ਸ਼ੋਅ ਨੂੰ ਸੁਣਦੇ ਪਏ, ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਤੁਹਾਨੂੰ ਤੁਨਕਾ ਮੂਵੀ ਵਾਸਤੇ ਬਹੁਤ-ਬਹੁਤ ਮੁਬਾਰਕਾਂ। ਬਹੁਤ ਜ਼ਿਆਦਾ ਅੱਛਾ ਰਿਸਪਾਂਸ ਮਿਲ ਰਿਹਾ, ਮਿਲਣਾ ਵੀ ਚਾਹੀਦਾ ਹੈ ਕਿਉਂਕਿ ਸਮੇਂ ਦੀ ਨੀਡ ਸੀ ਇਸ ਵੇਲੇ। ਹਾਂਜੀ, ਥੈਂਕ ਯੂ। ਉਹਦੇ ਵਿੱਚ ਡੈਫੀਨੇਟਲੀ ਬੜੀ ਮਿਹਨਤ ਕੀਤੀ ਗਈ ਸੀ ਤੇ ਡੈਫੀਨੇਟਲੀ ਲੋਕਾਂ ਨੇ ਉਹਨੂੰ ਕਬੂਲਿਆ, ਸੋ ਇਸ ਗੱਲ ਦੇ ਲਈ ਸਾਨੂੰ ਵੀ ਸਕੂਨ ਹੈ ਜੀ ਇਸ ਵੇਲੇ। ਤੇ ਯਾਕੂਬ, ਥੈਂਕ ਯੂ ਤੁਹਾਡਾ ਇਹਦੇ ਲਈ ਵੀ। ਤੇ ਹੁਣ ਪਹਿਲਾਂ ਦੱਸੋ, ਜਿਹੜੀ ਮੈਂ ਗੱਲ ਕੀਤੀ ਸੀ ਕਿ ਤੁਸੀਂ ਇਹ ਜਿਹੜਾ ਮਾਣਕ ਸਾਹਿਬ ਨੇ ਜਿਹੜਾ ਅਹਿਸਾਸ ਬਿਆਨ ਕੀਤਾ ਹੈ, ਇਹਨਾਂ ਨੇ ਤਾਂ ਬਹੁਤ ਸਾਡੇ ਦੋਨਾਂ ਦੇ ਨਾਲੋਂ ਵੱਧ ਉਹਨੂੰ ਨੇੜੇ ਤੋਂ ਦੇਖਿਆ ਜੀ ਉਸ, ਕਿਉਂਕਿ ਇੱਕ ਤਾਂ ਫੀਲਡ ਮਾਣਕ ਸਾਹਿਬ ਦਾ ਇਦਾਂ ਦਾ, ਦੂਸਰਾ ਇਹ ਵੀ ਖੁਦ ਇਹ ਸਮਾਜ ਨਾਲ ਜੁੜੇ ਹੋਏ ਇਦਾਂ ਦੇ ਜਿਹੜੇ ਸਰੋਕਾਰ ਨੇ ਉਹਨਾਂ ਨੂੰ ਬਹੁਤ ਨੇੜਿਓਂ ਦੇਖਦੇ ਆ। ਪਰ ਸ਼ਾਇਦ ਤੁਹਾਡੇ ਲਈ ਜਾਂ ਮੇਰੇ ਲਈ ਇਹ ਇੱਕ ਪ੍ਰਭਾਵ ਕਬੂਲਣਾ ਥੋੜਾ ਜਿਹਾ ਔਖਾ ਹੋ ਸਕਦਾ ਹੈ, ਜਾਂ ਸਾਨੂੰ ਅਸੀਂ ਅੱਖੋਂ ਪਰੋਖੇ ਕਰੀ ਬੈਠੇ ਹੋ ਸਕਦੇ ਹਾਂ। ਤੁਹਾਡਾ ਕੀ ਇਸ ਗੀਤ ਨੂੰ ਸੁਣਨ ਤੋਂ ਜਾਂ ਇਸ ਗੀਤ ਨੂੰ ਗਾਉਣ ਤੋਂ ਪਹਿਲਾਂ ਦਾ ਤੇ ਹੁਣ ਦਾ ਕੀ ਪ੍ਰਭਾਵ ਰਿਹਾ ਤੁਹਾਡਾ? ਗਿੱਲ ਸਾਹਿਬ, ਇਹ ਬੜਾ ਤੁਸੀਂ ਮੈਨੂੰ ਇੰਨੀਆਂ ਗੱਲਾਂ ਕਰਕੇ ਅੰਦਰੋਂ ਝੰਜੋੜ ਕੇ ਰੱਖਤਾ। ਮੈਂ ਦੁਬਾਰਾ ਕੰਪੋਜੀਸ਼ਨ ਵਾਲੇ ਮਾਹੌਲ 'ਚ ਪਹੁੰਚ ਗਿਆ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਅਸੀਂ ਲੋਕਾਂ ਨੇ ਉਹ ਗੱਲਾਂ ਹਮੇਸ਼ਾ ਸੁਣੀਆਂ ਹੀ ਆ। ਅਸੀਂ ਤਾਂ ਬਹੁਤ ਛੋਟੇ ਹਾਂ, ਕਦੇ ਸੋਚ ਵੀ ਨਹੀਂ ਸਕਦੇ ਉਸ ਚੀਜ਼ ਬਾਰੇ। ਔਰ ਜਦੋਂ ਮਾਣਕ ਸਾਹਿਬ ਦੀ ਜਿਹੜੀ ਸ਼ਬਦਾਵਲੀ ਆ ਜੀ, ਵੀ ਉਸ ਹਿਸਾਬ ਨਾਲ ਵੀ ਮੈਂ ਬਹੁਤ ਛੋਟਾ, ਮੇਰਾ ਗਾਣਾ ਐਕਸਪੀਰੀਅੰਸ, ਉਮਰ, ਹਰ ਚੀਜ਼ ਹੈ ਨਾ ਜੀ। ਤੇ ਮਾਣਕ ਸਾਹਿਬ ਦੀ ਜਿਹੜੀ ਸੋਚ ਬਹੁਤ ਡੂੰਘੀ ਵੀ ਹੁੰਦੀ ਹੈ। ਉੱਤੋਂ ਇਹ ਅਸੀਂ ਇਮੋਸ਼ਨਲ ਬਹੁਤ ਜ਼ਿਆਦਾ ਨੇ।
ਤੇ ਜਲਦੀ ਨਾਲ ਹੀ ਕਿਸੇ ਚੀਜ਼ ਲਈ ਯੈਸ ਨਹੀਂ ਕਰਦੀ, ਜਿਵੇਂ ਕੰਪੋਜ਼ ਕਰਨਾ ਜਾਂ ਕੁਛ ਚੀਜ਼ਾਂ। ਤੇ ਚਲੋ ਮੈਂ ਆਪਣੇ ਐਫਰਟਸ ਕਰਦਾ ਰਹਿੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਸੈਟਿਸਫਾਈ ਕਰਨ ਦੀ। ਔਰ ਜਦੋਂ ਫਿਰ ਇਹ ਲਿਖ ਕੇ ਦਿੰਦੇ ਆ ਕੁਛ, ਤੇ ਉਹ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਵਾਰ-ਵਾਰ ਪੜ੍ਹਨਾ ਪੈਂਦਾ ਹੈ, ਉਹਦੀਆਂ ਜ਼ਿਆਦਾ ਤੋਂ ਜ਼ਿਆਦਾ ਉਹਨੂੰ ਗਾਉਣਾ ਪੈਂਦਾ ਹੈ, ਤਾਂ ਕਿ ਮੈਂ ਕੋਸ਼ਿਸ਼ ਕਰ ਸਕਾਂ ਵੀ ਸ਼ਬਦਾਂ ਨਾਲ ਇਨਸਾਫ ਹੋ ਸਕੇ ਜਾਂ ਇਹਨਾਂ ਦੇ ਦਿਲ ਤੱਕ ਪਹੁੰਚਿਆ ਜਾ ਸਕੇ ਤੇ ਖੁਸ਼ ਹੋ ਕੇ ਕਹਿਣ ਕਿ ਹਾਂ ਯਾਕੂਬ ਇਹ ਅੱਛਾ ਕੰਮ ਆ ਤੇ ਹੁਣ ਜਿਹੜਾ ਚੰਗਾ ਲੱਗ ਰਿਹਾ ਨਾ ਜੀ। ਤੇ ਮੈਂ ਜਦੋਂ ਹੈਲੋ ਹਾਂਜੀ 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 ਸੁਣ ਰਹੇ ਹਾਂਜੀ ਹਾਂਜੀ, ਤੇ ਜਦੋਂ ਮੈਂ ਇਹਨਾਂ ਦੇ ਲਿਰਿਕਸ ਪੜ੍ਹ ਰਿਹਾ ਸੀਗਾ ਸਾਰੇ, ਤੇ ਮੈਂ ਨਾਲ ਨਾਲ ਬੜੇ ਸਾਰੇ ਫਿਰ ਯੂਟਿਊਬ ਤੋਂ ਉਸ ਟਾਈਮ ਦੇ ਵੀਡੀਓ ਦੇਖਣੇ ਸ਼ੁਰੂ ਕੀਤੇ ਤਾਂ ਕਿ ਬੰਦਾ ਉਸ ਮਾਹੌਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇ। ਔਰ ਯਕੀਨ ਕਰੋ ਕਿ ਮੈਂ ਮਤਲਬ ਪੜ੍ਹਦੇ ਪੜ੍ਹਦੇ ਵੀਡੀਓ ਦੇਖ ਦੇਖ ਕੇ ਕਈ ਵਾਰੀ ਰੋਇਆ ਹੋਊਗਾ ਇਸ ਚੀਜ਼ ਨੂੰ ਕਿ ਸੱਚਮੁੱਚ ਯਾਰ ਕਿਤੇ ਨਾ ਕਿਤੇ ਅਸੀਂ ਅੰਦਰ ਸਾਡੇ ਆਰਟਿਸਟ ਵੀ ਬੈਠਾ ਆ ਤੇ ਜਿਹੜਾ ਜਿਹਦੇ ਤੱਕ ਉਹ ਚੀਜ਼ ਜਿਹੜੀ ਪੀੜ ਹੈ ਉਹ ਪਹੁੰਚਦੀ ਹੈ। ਤੇ ਮੈਂ ਉਹ ਸਾਰਾ ਕੁਛ ਥੋੜਾ ਟਾਈਮ ਲਾਈਨ ਤੋਂ ਬਾਅਦ ਦੇ ਵਿੱਚ ਮੈਂ ਫਿਰ ਇਹਨਾਂ ਨੂੰ ਜਦੋਂ ਕੰਪੋਜ਼ ਕਰਕੇ ਦਿੱਤਾ, ਥੋੜਾ ਬਹੁਤ ਸੈਟਿਸਫਾਈ ਹੋਏ ਕਿ ਹਾਂ ਯਾਰ ਆਪਾਂ ਸਹੀ ਟਰੈਕ ਤੇ ਆ ਯਾਕੂਬ, ਤੇ ਤੂੰ ਇਹਦੇ ਤੇ ਹੁਣ ਮਿਹਨਤ ਕਰ। ਤੇ ਸੱਚਮੁੱਚ ਜਿਹੜੇ ਇਹਦੇ ਸ਼ਬਦ ਆ, ਤੁਸੀਂ ਜਿਹੜਾ ਵੀਡੀਓ ਦੇਖੋ ਹੈ ਨਾ ਜੀ, ਜਦੋਂ ਮੈਂ ਸਿੰਕ ਕਰ ਲਏ, ਚਲੋ ਇੱਕ ਆਰਟਿਸਟ ਲਈ ਉਹਨਾਂ ਸ਼ਬਦਾਂ ਦੇ ਉੱਤੇ ਲਿਪਸਿੰਗ ਕਰ ਲੈਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਔਰ ਇਹਦੇ ਨਾਲ ਨਾਲ ਹੀ ਮੈਂ ਲਹਿਰ ਪੰਜਾਬ ਦੇ ਨਾਸਿਰ ਢਿੱਲੋਂ ਸਾਹਿਬ ਹੋਣਾ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦਾ, ਜਿੱਥੇ ਅਜੀਤ ਅਖਬਾਰ ਦਾ ਸ਼ੁਕਰੀਆ ਜਿੱਥੇ ਕਰ ਰਿਹਾ, ਮਾਨਕ ਸਾਹਿਬ ਦਾ ਸ਼ੁਕਰੀਆ, ਕਿਉਂਕਿ ਜਿਹੜੇ ਇਹ ਵੀਡੀਓਜ਼ ਨੇ ਇਹ ਨਾਸਿਰ ਢਿੱਲੋਂ ਸਾਹਿਬ ਹੋਣਾ ਵੱਲੋਂ ਆਏ ਆ, ਮਾਨਕ ਸਾਹਿਬ ਨੂੰ ਉਹਨਾਂ ਨੇ ਭੇਜਿਆ ਕਿ ਤੁਸੀਂ ਇਹਨਾਂ ਨੂੰ ਵਰਤ ਸਕਦੇ ਵਿੱਚ। ਔਰ ਤੁਸੀਂ ਦੇਖੋ ਜਦੋਂ ਆਪਾਂ ਉਹਨਾਂ ਲੋਕਾਂ ਨੂੰ ਦੇਖਦੇ ਹਾਂ ਵੀ ਸਾਰੀਆਂ ਉਮਰਾਂ ਲੰਘ ਗਈਆਂ ਆਪਣੇ ਘਰਾਂ ਤੋਂ, ਆਪਣੀ ਜ਼ਮੀਨ ਤੋਂ ਦੂਰ ਬੈਠਿਆਂ ਨੂੰ, ਤੇ ਜਦੋਂ ਆਪਣੀਆਂ ਪੌੜੀਆਂ ਆਪਣੇ ਜਿਹੜੇ ਘਰ ਦੀ ਦਹਿਲੀਜ਼ ਤੇ ਜਦੋਂ ਜਾਂਦੇ ਆ, ਉਹਨਾਂ ਨੂੰ ਦੇਖ ਕੇ ਜਦੋਂ ਰੋਂਦੇ ਆ, ਜੱਫੀਆਂ ਪਾਉਂਦੇ ਹੋਏ, ਤੇ ਆਪਦੀਆਂ ਅੱਖਾਂ 'ਚ ਵੀ ਪਾਣੀ ਆ ਜਾਂਦਾ ਹੈ ਕਿ ਯਾਰ ਮਤਲਬ ਕੈਸੀ ਜ਼ਿੰਦਗੀ ਜੀ ਹੈ ਇਹਨਾਂ ਲੋਕਾਂ ਨੇ, ਅਸੀਂ ਤਾਂ ਸੋਚ ਵੀ ਨਹੀਂ ਸਕਦੇ। ਸੋ ਮੈਂ ਇਹ ਸਾਰੇ ਐਕਸਪੀਰੀਅੰਸ ਕੀਤੇ ਆ ਜੀ। ਤੇ ਮੈਨੂੰ ਨਹੀਂ ਪਤਾ ਮੇਰੀ ਫੈਮਿਲੀ ਦੀ ਬੈਕਗਰਾਊਂਡ ਕੋਈ ਪਾਕਿਸਤਾਨ ਦੇ ਵਿੱਚ ਲੈਂਦੇ ਪੰਜਾਬ 'ਚ ਹੈ ਕਿ ਨਹੀਂ। ਔਰ ਜਦੋਂ ਮੈਂ ਗਾਣਾ ਗਾਇਆ ਤੇ ਹੁਣ ਮੇਰਾ ਆਪਣਾ ਵੀਡੀਓ ਦੇਖ ਕੇ ਦਿਲ ਕਰਦਾ ਕਿ ਯਾਰ ਕਦੇ ਉੱਥੇ ਜਾਣ ਦਾ ਮੌਕਾ ਮਿਲੇ, ਉਹ ਮਾਹੌਲ ਹੀ ਦੇਖ ਲਵਾਂ ਜਾ ਕੇ, ਹੈ ਨਾ, ਉਹ ਥਾਵਾਂ ਦੇਖ ਲਈ ਅਸੀਂ। ਅੱਛਾ, ਆਪਣੇ ਨਾਲ ਸਟੂਡੀਓ ਦੇ ਵਿੱਚ ਗੁਰਸ਼ੀਨ ਹੋਰੀ ਵੀ ਬੈਠੇ ਆ, ਤੇ ਗੁਰਸ਼ੀਨ ਹੋਰੀ ਵੀ ਆਮ ਸ਼ੋਰ ਕਿ ਉਹਨਾਂ ਨੇ ਵੀ ਇਸ ਗੀਤ ਨੂੰ ਜਦੋਂ ਦੇਖਿਆ ਜਾਂ ਸੁਣਿਆ ਹੋਣਾ ਤਾਂ ਉਹਨਾਂ ਦਾ ਪ੍ਰਭਾਵ ਵੀ ਕੁਛ ਡਿਫਰੈਂਟ ਹੋ ਸਕਦਾ ਸਾਡੇ ਦੋਨਾਂ ਨਾਲੋਂ, ਤੇ ਮਾਨਕ ਸਾਹਿਬ ਨਾਲੋਂ ਆਫਕੋਰਸ ਡਿਫਰੈਂਟ ਹੋਏਗਾ। ਆਪਾਂ ਉਹ ਵੀ ਪੁੱਛਦੇ ਹਾਂ ਉਹਨਾਂ ਦੇ ਕੋਲੋਂ, ਤੇ ਇਸ ਗੀਤ ਦੇ ਥੋੜੇ ਜਿਹੇ ਬੋਲ ਵੀ, ਕਿਉਂਕਿ ਸਾਡੇ ਸਰੋਤੇ ਹੋ ਸਕਦਾ ਸੋਚੀ ਜਾਣ ਕਿ ਯਾਰ ਇਹ ਕਿਹੜੇ ਗੀਤ ਦੀਆਂ ਗੱਲਾਂ ਕਰੀ ਜਾ ਰਹੇ ਨੇ, ਇੰਨਾ ਟਾਈਮ ਹੋ ਗਿਆ। ਸੋ ਗੁਰਸ਼ੀਨ, ਪਹਿਲਾਂ ਤਾਂ ਤੁਹਾਡਾ ਪ੍ਰਭਾਵ ਲੈ ਲਈਏ ਥੋੜਾ ਜਿਹਾ, ਤੇ ਫਿਰ ਇੱਕ ਕਾਲਰ ਵੀ ਹੈ ਮੈਨੂੰ ਲੱਗਦਾ ਆਪਣੇ ਨਾਲ, ਤੇ ਆਪਾਂ ਉਹਨਾਂ ਦੇ ਵਿਚਾਰ ਵੀ ਲੈਣੇ ਆ। ਪਹਿਲਾਂ ਤੁਸੀਂ ਦੱਸੋ ਤੇ ਫਿਰ ਆਪਾਂ ਗੀਤ ਦੇ ਬੋਲ ਵੀ ਸਾਂਝੇ ਕਰਨੇ ਆ। ਜੀ ਭਾਜੀ, ਐਕਚੁਅਲੀ ਛੋਟੇ ਹੁੰਦੇ ਤੋਂ ਹੀ ਅਸੀਂ ਇਹ ਕੰਮ 'ਚ ਲੱਗੇ ਸੀਗੇ। ਆਪਾਂ ਬਾਘਾ ਬਾਰਡਰ ਜਾਣਾ, ਦੇਖਣਾ, ਅਸੀਂ ਝਾਤ ਮਾਰ ਕੇ ਗੇਟ ਦੇ ਪਿੱਛੇ, ਅੱਛਾ ਉਹ ਕਿਹੋ ਜਿਹੇ ਲੋਕ ਨੇ, ਹੈ ਨਾ, ਕਿ ਕਿੱਦਾਂ ਦੇ ਕੱਪੜੇ ਪਾਉਂਦੇ ਨੇ। ਇੱਕ ਐਕਸਾਈਟਮੈਂਟ ਹੁੰਦੀ ਬੱਚੇ ਨੂੰ ਕਿ ਅਸੀਂ ਉੱਥੇ ਕਿਉਂ ਨਹੀਂ ਜਾ ਸਕਦੇ। ਮੇਰੇ ਛੋਟੇ ਭਰਾ ਨੇ ਭੱਜੇ ਜਾਣਾ ਨਾ ਬਾਰਡਰ ਦੇ ਉੱਧਰਲੇ ਪਾਸੇ, ਕਿਉਂਕਿ ਰੋਕਿਆ ਹੁੰਦਾ ਉੱਥੇ ਜਾਣ ਨੂੰ, ਉਹਨੂੰ ਹੁੰਦਾ ਸੀ ਕੀ ਆ ਉੱਥੇ, ਕਿਉਂ ਨਹੀਂ ਸਾਨੂੰ ਜਾਣ ਦਿੰਦੇ। ਅਤੇ ਇੱਕ ਬੜਾ ਡਿਫਰੈਂਟ ਤਰ੍ਹਾਂ ਦੀ ਇੱਕ ਐਕਸਪੀਰੀਅੰਸ ਹੁੰਦਾ ਸੀ, ਫੀਲਿੰਗ ਹੁੰਦੀ ਸੀਗੀ ਕਿ ਕਿਉਰਿਓਸਿਟੀ ਹੁੰਦੀ ਸੀ ਜਾਣਨ ਦੀ, ਹੋਰ ਜਾਣਨ ਦੀ। ਅਤੇ ਅਸੀਂ ਨੋ ਡਾਊਟ ਬਹੁਤ ਪੜ੍ਹਿਆ, ਬਹੁਤ ਲੈਕਚਰਸ ਵੀ ਸੁਣੇ ਇਸ ਬਾਰੇ। ਅਸੀਂ ਇਮੋਸ਼ਨਲੀ ਬਹੁਤ ਜ਼ਿਆਦਾ ਅਟੈਚਡ ਹਾਂ। ਮੇਰੇ ਖੁਦ ਬਹੁਤ ਸਾਰੇ ਫਰੈਂਡਸ ਨੇ ਜਿਹੜੇ ਪਾਕਿਸਤਾਨ 'ਚ ਨੇ, ਅਤੇ ਮੇਰੇ ਵੈਡਿੰਗ 'ਚ ਵੀ ਬਹੁਤ ਸਾਰੇ ਫਰੈਂਡਸ ਪਾਕਿਸਤਾਨ ਤੋਂ ਆਏ ਸੀਗੇ। ਅਤੇ ਮਤਲਬ ਔਰ ਇੱਕ ਇਹੋ ਜਿਹੀ ਜਦੋਂ, ਔਰ ਮੈਂ ਆਈ ਥਿੰਕ 6th ਸਟੈਂਡਰਡ 'ਚ ਮੈਂ ਸੀਗੀ ਜਦੋਂ ਮੈਂ ਉੱਥੇ ਗਈ ਵੀ ਹਾਂ। ਔਰ ਜਦੋਂ ਤੁਸੀਂ ਗੱਲ ਕਰਦੇ ਆ ਨਾ ਉੱਥੇ ਜਾ ਕੇ ਲੋਕਾਂ ਦੇ ਨਾਲ, ਔਰ ਉਹਨਾਂ ਨੂੰ ਵੀ ਇੰਨਾ ਸ਼ੌਕ ਲੱਗ ਰਿਹਾ ਸੀ, ਜੋ ਨੋਰਮਲ ਆਪਾਂ ਸ਼ੋਪਿੰਗ ਮਾਲ 'ਚ ਜਾ ਕੇ ਕਿਸੇ ਨਾਲ ਵੀ ਨੋਰਮਲ ਕਨਵਰਸੇਸ਼ਨ ਵੀ ਕਰਦੇ ਹਾਂ, ਅੱਛਾ ਤੁਸੀਂ ਇੰਡੀਆ ਤੋਂ ਆਏ ਹੋ, ਅੱਛਾ ਉੱਥੇ ਕਿੱਦਾਂ ਆ, ਮਤਲਬ ਉਹ ਸੇਮ ਕਿਉਰਿਓਸਿਟੀ ਮੈਨੂੰ ਉੱਥੇ ਵੀ ਮਹਿਸੂਸ ਹੋਈ। ਔਰ ਫਿਰ ਮੈਨੂੰ ਇਹ ਚੀਜ਼ ਇੱਕ ਤਰੀਕੇ ਨਾਲ ਮੈਂ ਜੱਜ ਕੀਤੀ ਹੈ, ਐਨਾਲਾਈਜ਼ ਕੀਤੀ ਕਿ ਕਿਸ ਤਰੀਕੇ ਨਾਲ ਅਸੀਂ ਵੱਖ ਰੱਖੇ ਹੋਏ ਹਾਂ, ਬਟ ਸਾਰੇ ਅਸੀਂ ਇੱਕੋ ਜਿਹੇ ਹਾਂ, ਹੈ ਨਾ। ਔਰ ਫਿਰ ਵੀ ਜਿਹੜੀਆਂ ਕੁਝ ਇਹੋ ਜਿਹੀਆਂ ਕੰਡੀਸ਼ਨਸ ਅਥੋਰੀਟੇਟਿਵ ਜਾਂ ਹਿਸਟਰੀ ਦੇ ਵਿੱਚ ਜੋ ਵੀ ਹੋਇਆ, ਉਸ ਚੀਜ਼ ਨੂੰ ਲੈ ਕੇ ਆਉਣ ਵਾਲੀਆਂ ਜਿੰਨੀਆਂ ਵੀ ਜਨਰੇਸ਼ਨਸ ਨੇ, ਉਹ ਹਾਲੇ ਤੱਕ ਜਿਹੜੀ ਉਸ ਵਿਛੋੜੇ ਤੋਂ ਸਫ਼ਰ ਕਰ ਰਹੀਆਂ ਨੇ। ਅਤੇ ਨੋ ਡਾਊਟ ਜਦੋਂ ਆਪਾਂ ਮੂਵੀਜ਼ ਦੇਖਦੇ ਹਾਂ, ਅਸੀਂ ਪੁਰਾਣੀ ਹਿਸਟਰੀ ਪੜ੍ਹਦੇ ਹਾਂ, ਔਰ ਸਾਨੂੰ ਮਹਿਸੂਸ ਹੁੰਦਾ ਕਿ ਕਿਸੇ ਇੱਕ ਬੰਦੇ ਦੇ ਡਿਸੀਜ਼ਨਸ ਕਰਕੇ ਜਾਂ ਰੋਂਗ ਡਿਸੀਜ਼ਨਸ ਜਾਂ ਕੁਛ ਰੋਂਗ ਐਕਸ਼ਨਸ ਕਰਕੇ ਇਹੋ ਜਿਹਾ ਮਾਹੌਲ ਹੁਣ ਬਣ ਚੁੱਕਿਆ ਕਿ ਦੋ ਦੇਸ਼ ਜਿਹੜੇ ਕਿ ਇੰਨੀ ਜ਼ਿਆਦਾ ਨਾਲ ਜੁੜੇ ਹੋਏ ਨੇ, ਇੱਕੋ ਕਲਚਰ ਵੀ ਸਾਂਝਾ ਕਰਦੇ ਨੇ, ਉਹ ਵੀ ਮਿਲ ਜੁਲ ਨਹੀਂ ਸਕਦੇ। ਸੋ ਇਟਸ ਵੈਰੀ ਸੈਡ। ਔਰ ਮਤਲਬ ਆਉਣ ਵਾਲੀ ਜਨਰੇਸ਼ਨ ਨੂੰ ਵੀ ਆਈ ਥਿੰਕ ਹੁਣ ਕਾਫੀ ਲੋਕੀ ਅਗਰ ਗੱਲਾਂ ਕਰਨੀਆਂ ਜਦੋਂ ਬੰਦ ਕਰ ਦਿੰਦੇ ਨੇ ਤਾਂ ਕਿਤੇ ਨੇ ਭੁੱਲ ਜਾਂਦੇ ਹਾਂ ਅਸੀਂ ਕਿ ਕੀ ਹੋਇਆ ਸੀ, ਕਿਉਂ ਹੋਇਆ ਸੀ, ਐਂਡ ਕਿਉਂ ਨਹੀਂ ਹੋਣਾ ਚਾਹੀਦਾ ਸੀ। ਰਾਈਟ, ਆਪਾਂ ਗੀਤ ਦੇ ਕੁਝ ਬੋਲ ਸਾਂਝੇ ਕਰਨੇ, ਪਰ ਕਾਫੀ ਦੇਰ ਤੋਂ ਆਪਣੇ ਨਾਲ ਇੱਕ ਕਾਲਰ ਨੇ, ਆਪਾਂ ਉਹਨਾਂ ਨੂੰ ਕਾਲਸ ਤੇ ਮੇਰੀਆਂ ਚ ਭਾਈ ਸਾਰੀਆਂ ਭਰ ਚੁੱਕੀਆਂ। ਜੀ ਜ਼ਰੂਰ। ਓਕੇ, ਚਲੋ ਦੇਖਦੇ ਹਾਂ ਜੀ ਕੀ ਕਹਿੰਦੇ। ਆਪਾਂ ਪਹਿਲਾਂ ਥੋੜੀ ਦੇਰ ਲਈ ਆਜੋ ਦੇਖਦੇ ਹਾਂ। ਜੀ ਜ਼ਰੂਰ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ 9091। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਗੱਲ ਕਰਾਂ ਪਾਕਿਸਤਾਨ ਦੀ। ਪਾਕਿਸਤਾਨ ਦਾ ਪਹਿਲਾਂ ਤਾਂ ਰਾਜ ਤੋਂ ਪਹਿਲਾਂ ਨਾਂ ਹੈ ਨਹੀਂ ਸੀ, ਪਤਾ ਨਹੀਂ ਸੀ
ਪਾਕਿਸਤਾਨ ਬਣ ਜਾਣਾ। ਜੀ ਜਦੋਂ ਪਾਕਿਸਤਾਨ ਬਣਿਆ ਮੈਂ 13-14 ਸਾਲ ਦਾ ਸੀ। ਅੱਛਾ ਜੀ ਸਾਨੂੰ ਮਾਸਟਰ ਸਾਹਿਬ ਮੁਸਲਮਾਨ ਵੀ ਪੜ੍ਹਾਉਂਦਾ ਹੁੰਦਾ ਸਾਲਗਰ ਸ਼ਾਹ ਮੁਹੰਮਦ, ਤੇ ਉਹ ਸਾਰਾ ਸੀਨ ਮੈਂ ਦੇਖਿਆ। ਉਦੋਂ ਮੈਂ ਚੌਥੀ ਚ ਉਰਦੂ ਮੈਂ ਪੜ੍ਹਨਾ 5ਵੀਂ ਚ ਹੋਇਆ ਸੀ ਉਦੋਂ ਜਦੋਂ ਆਏ ਆ। ਔਰ ਬੁਰਾ ਹਾਲਾਤਾਂ ਨਾਲ ਆਏ ਆ ਜੀ। ਹੋਰ ਜੀ ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਆਪਾਂ ਨੈਕਸਟ ਕਾਲ ਲੈ ਲੈਂਦੇ ਖੁਸ਼ੀ। ਨੈਕਸਟ ਕਾਲਰ ਦੇਖਦੇ ਕੀ ਕਹਿੰਦੇ ਜੀ। ਹਾਂਜੀ ਨੈਕਸਟ ਨੇ ਕਰਮ ਜੀ। ਸਤਿ ਸ਼੍ਰੀ ਅਕਾਲ ਜੀ ਕਰਮ ਜੀ, ਤੁਸੀਂ ਜੀ ਬਹੁਤਾ ਟਾਈਮ ਨਾ ਲੈਂਦਾ ਹੋਇਆ ਜੀ। ਮੈਂ ਕਹਿੰਦਾ ਵੀ ਮੁੱਖ ਤੇਰਾ ਦੇਖਿਆ ਸੱਜਣਾ ਸੱਜਰੀ ਸਵੇਰ ਦੇ ਪਾਕਿਸਤਾਨ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਸੀ। ਡੀਡੀ ਤੇ ਆਉਂਦੇ ਜੀ, ਅਸੀਂ ਤਾਂ ਮਿਸ ਕਰਦੇ ਹਾਂ ਜੀ। ਪ੍ਰੋਗਰਾਮ ਸ਼ੁਰੂ ਹੋ ਜਾਣ, ਇੰਡੀਆ ਤਾਂ ਬੰਦ ਹੋ ਗਿਆ ਸੁਣਨੇ, ਇੱਥੇ ਜ਼ਰੂਰ ਗਾਣੇ ਲਾਇਆ ਕਰੋ। ਇਸ ਤਾਂ ਬਾਰ-ਬਾਰ ਰਿਕੁਐਸਟ ਕਰੀ ਦੀ। ਹਾਂਜੀ ਆਪਣੇ ਲਹਿੰਦੇ ਪੰਜਾਬ ਦਾ ਸਾਨੂੰ ਜ਼ਰੂਰ ਲਿਟਰੇਚਰ ਸੁਣਾਓ। ਵਸ਼ੀਦੇ ਵਾਲੀਆਂ ਗੱਲਾਂ, ਵਸ਼ੀਰੇ ਦੀਆਂ ਬਹੁਤ। ਇੰਗਲੈਂਡ ਮੈਂ ਗਿਆ ਤਾਂ ਉੱਥੇ ਸਾਨੂੰ ਇੱਕ ਦੁਕਾਨ ਸੀ ਆਪਣੇ ਬਜਾਜੀ, ਤਾਂ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਮੈਨੂੰ ਚੌਧਰੀ ਨਿਜ਼ਾਮ ਦੀਆਂ ਗੱਲਾਂ ਦੀ ਕੇਸ ਦਿੱਤੀ। ਉਹ ਅੱਜ ਤੱਕ ਮੈਂ ਸੁਣਦਾ ਜੀ। ਬਹੁਤ ਸੋਹਣੀਆਂ, ਬਹੁਤ ਕੰਮ ਦੀਆਂ ਗੱਲਾਂ ਜੀ। ਕਾਸ਼ ਉਹ ਕਿਤੇ ਲਿਟਰੇਚਰ ਮਿਲ ਜਾਏ ਇੱਥੇ ਵੀ ਦੁਬਾਰਾ ਸ਼ੁਰੂ ਹੋ ਜਾਏ ਪ੍ਰੋਗਰਾਮ। ਬਹੁਤ ਚੰਗਾ, ਥੈਂਕ ਯੂ ਸੋ ਮਚ। ਸ਼ੁਕਰੀਆ ਜੀ, ਸ਼ੁਕਰੀਆ ਜੀ ਕਰਮ ਜੀ। ਠੀਕ ਹੈ ਜੀ, ਥੈਂਕ ਯੂ ਜੀ। ਨੈਕਸਟ ਕਾਲਰ ਨੇ ਦਿਲਬਾਗ ਜੀ। ਹਾਂਜੀ ਦਿਲਬਾਗ ਬਾਈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਜਿਹੜੀ ਇਹ ਮਿੱਟੀ ਦਾ ਮੋਹ ਹੈ ਨਾ, ਇਹ ਟੁੱਟਦਾ ਨਹੀਂ ਹੁੰਦਾ ਜੀ। ਜਿਹੜਾ ਚਲੋ ਦੇਖਿਆ ਜੀ, ਹੁਣ ਮੇਰੇ ਹੀ ਲਾ ਲਓ ਜੀ, ਮੈਂ ਅਮਰੀਕਾ 'ਚ ਟਰੱਕਾਂ ਤੇ ਵੀ ਵਗ ਗਏ ਜੀ, 25-26 ਰੇਟ ਘੁੰਮ ਕਾਰਾਂ ਤੇ ਵੀ ਵਗ ਗਏ ਜੀ, ਕਈ ਵਾਰੀ ਬਾਈ ਏਅਰ ਗਏ ਜੀ। ਹੁਣ ਵੀ ਮੈਂ 15 ਦਿਨ ਵੈਨਕੂਵਰ ਜਾ ਕੇ ਆਇਆ ਜੀ। ਮੈਨੂੰ ਕਈ ਵਾਰੀ ਪੁੱਛਣ ਲੱਗ ਜਾਂਦੇ ਨੇ, ਕਹਿੰਦੇ ਸਾਰਿਆਂ ਤੋਂ ਵਧੀਆ ਕੀ ਲੱਗਿਆ ਜੀ ਤੈਨੂੰ ਦੇਖਣ ਲਈ ਜੀ? ਮੈਂ ਕਿਹਾ ਜੀ ਮੈਨੂੰ ਤਾਂ ਮੇਰੇ ਪਿੰਡ ਵਾਲੀਆਂ ਨਾ ਮੇਰੀ ਮੋਟਰ ਤੇ ਲੱਗੀਆਂ 2 ਡੇਕਾਂ ਤੋਂ ਹਜੇ ਸੋਹਣਾ ਕੋਈ ਦਰਖਤ ਲੱਭੇ ਹੀ ਨਹੀਂ ਜੀ। ਕਿਆ ਬਾਤ ਹੈ, ਕਿਆ ਬਾਤ ਹੈ। ਮੈਂ ਕਿਹਾ ਉੱਤੇ ਟਿੰਡੇ ਕੱਢਦੀਆਂ ਬੁੜੀਆਂ ਤੇ ਸਾਡੀ ਫੋਟੋ ਹੈ ਜੀ ਛੋਟੇ ਹੁੰਦਿਆਂ ਦੀ, ਸਾਡਾ ਨੌਕਰ ਬੈਠਾ ਹੈ। ਤੇ ਮੈਂ ਕਿਹਾ ਯਾਰ ਵਧੀਆ, ਮੈਂ ਤੁਹਾਨੂੰ ਕੀ ਦੱਸਾਂ ਵੀ ਸਾਰਿਆਂ ਤੋਂ ਵਧੀਆ ਕੀ ਲੱਗਿਆ। ਮੈਂ ਕਿਹਾ ਹਜੇ ਮੈਨੂੰ ਮੇਰੀਆਂ ਦੇਖਾਂ ਤੋਂ ਸੋਹਣਾ ਨਾ ਕੋਈ ਮੈਨੂੰ ਮੁਲਕ ਲੱਭਿਆ, ਨਾ ਉਹੋ ਜਿਹਾ ਦਰਖਤ ਲੱਭਿਆ। $50-50 ਜਿੱਥੇ ਫੀਸ ਵੀ ਹੈਗੀ ਹੈ ਪਾਰਕ ਦੇਖਣ ਦੀ। ਤੇ ਪਿੰਡ ਦਾ ਮੋਹ ਹੀ ਇਹੋ ਜਿਹਾ ਹੁੰਦਾ ਹੈ ਜੀ। ਇਹਦੇ ਮੂਹਰੇ ਸਾਰਾ ਕੁਝ ਪਾਉਣਾ ਹੈ ਜੀ, ਆਪਦੀ ਮਿੱਟੀ ਮੂਹਰੇ ਜੀ। ਤੇ ਬਾਕੀ ਦਾ ਜਿਹੜਾ ਕੋਈ ਉਹੀ ਜਿਵੇਂ ਕਹਿੰਦੇ ਨੇ ਨਿਰਮੋਹ ਹੀ ਹੈ, ਉਹ ਆਪਦੀ ਧਰਤੀ ਨੂੰ ਬੇਸ਼ੱਕ ਭੁੱਲ ਜੇ ਜੀ। ਜਿਹੜਾ ਧਰਤੀ ਦਾ ਪੁੱਤ ਹੈ ਜੀ, ਉਹ ਨਹੀਂ ਭੁੱਲਦਾ ਜੀ। ਬਿਲਕੁਲ ਠੀਕ ਹੈ। ਸੱਚੀ ਗੱਲ ਹੈ ਦਿਲਬਾਗ ਜੀ। ਮੈਂ ਖੁਦ ਹੋ ਸਕਦਾ ਕਿ ਇਸ ਤੋਂ ਪਹਿਲਾਂ ਜਦੋਂ ਇਹ ਗੀਤ ਦੇ ਮੈਂ ਬੋਲ ਸੁਣ ਵੀ ਰਿਹਾ ਸੀ ਜਾਂ ਮਾਨਕ ਸਾਹਿਬ ਨਾਲ ਹੁਣ ਗੱਲ ਕਰ ਰਿਹਾ ਸੀ, ਤਾਂ ਮੈਂ ਇਹ ਸੋਚਦਾ ਸੀ ਕਿ ਜਿਹੜੇ ਬੰਦੇ ਨੇ ਆਪਣੇ ਪਿੰਡੇ ਤੇ ਹੰਡਾਇਆ ਹੋਇਆ ਇਹ ਦਰਦ, ਕਿ ਉਹਨੂੰ ਮੌਕਾ ਹੀ ਨਹੀਂ ਮਿਲਿਆ ਦੁਬਾਰਾ ਆਪਣੇ ਜੱਦੀ ਪਿੰਡ ਨੂੰ ਜਾਣ ਦਾ, ਉਸ ਘਰ ਨੂੰ ਦੇਖਣ ਦਾ, ਉਸ ਮਿੱਟੀ ਨੂੰ ਦੇਖਣ ਦਾ, ਉਸ ਮਿੱਟੀ ਨੂੰ, ਉਹਦੀ ਸਮੈਲ ਨੂੰ ਮਹਿਸੂਸ ਕਰਨ ਦਾ। ਦੇਖੋ ਕਿੰਨਾ ਆਪਣੇ ਆਪ 'ਚ ਇੱਕ ਤਰ੍ਹਾਂ ਦੇ ਨਾਲ ਇੱਕ ਖਲਾ ਜਿਹਾ ਲਈ ਬੈਠਾ ਹੋਏਗਾ ਬੰਦਾ। ਹੁਣ ਆਪਾਂ ਤਾਂ ਫੇਰ ਵੀ ਵਗ ਜਾਂਦੇ ਜੀ ਸਾਲ 2 ਸਾਲ ਤੇ ਜੀ, ਕੈਮਰੇ 'ਚ ਦੇਖ ਲੈਂਦੇ ਜੀ ਤੜਕੇ ਹੱਥ ਨੇ ਜੀ। ਜੀ ਜੀ। ਤੇ ਮੇਰੇ ਕੈਮਰੇ ਲਵਾਏ ਹੋਏ ਨੇ ਜੀ ਪਿੰਡ। ਠੀਕ ਹੈ ਜੀ। ਕਹਿੰਦੀ ਪਿੰਡ ਦਾ ਮੋਹ ਹੁੰਦਾ ਜੀ। ਹਾਂ ਜਿਹੜੇ ਕੋਈ ਮਿੱਟੀ ਨਾਲ ਟੁੱਟ ਗਏ ਉਹ ਇੱਥੇ ਵੀ ਰੁਲ ਜਾਣਗੇ ਜੀ, ਇਹ ਵੀ ਯਾਦ ਰੱਖਿਓ ਰਜਿੰਦਰ ਜੀ। ਬਿਲਕੁਲ ਜੀ, ਬਿਲਕੁਲ। ਬਹੁਤ ਮਿਹਰਬਾਨੀ ਦਿਲਬਾਗ ਵੀਰੇ, ਬਹੁਤ ਸ਼ੁਕਰੀਆ। ਤੇ ਆਪਾਂ ਹੁਣ ਸਤਨਾਮ ਮਾਨਕ ਸਾਹਿਬ ਦੇ ਨਾਲ ਵੀ, ਯਕੂਬ ਦੇ ਨਾਲ ਵੀ ਗੱਲਬਾਤ ਇਸ ਤਰ੍ਹਾਂ ਕੰਟੀਨਿਊ ਰੱਖਦੇ। ਉਹ ਗੀਤ ਵੀ ਆਪਾਂ ਸੁਣਾਉਣਾ ਥੋੜਾ ਜਿਹਾ, ਜਿਹੜਾ ਕਿ 47 ਦੀ ਵੰਡ ਨੂੰ ਦਰਸਾਉਂਦਾ ਹੋਇਆ, ਉਸ ਦਰਦ ਨੂੰ ਦੱਸਦਾ ਹੋਇਆ, ਇੱਕ ਆਪਣੀ ਤਰ੍ਹਾਂ ਦਾ ਜਿਹੜੇ, ਔਰ ਇਸ ਵੰਡ ਦੇ ਵਿੱਚ, ਇਸ ਗੀਤ ਦੇ ਵਿੱਚ ਜਿਸ ਤਰ੍ਹਾਂ ਦੀ ਇੱਕ ਉਸ ਮੋਹ ਦੀ ਜਿਹੜੀ ਆਪਾਂ ਗੱਲ ਕਰ ਰਹੇ ਨਾ ਜੀ ਮਾਨਕ ਸਾਹਿਬ, ਮੈਂ ਤੁਹਾਡੀ ਇਜਾਜ਼ਤ ਦੇ ਨਾਲ ਸਾਡੇ ਵੱਡੇ ਵੀਰ ਸਰਬਜੀਤ ਅਰੋੜਾ ਸਾਹਿਬ ਇਸ ਵੇਲੇ ਆਪਣੇ ਨਾਲ ਫੋਨ ਦੇ ਉੱਪਰ ਜੁੜੇ ਆ, ਕਿਉਂਕਿ ਇਸ ਗੀਤ ਦੇ ਵਿੱਚ ਵੀ ਤੁਸੀਂ ਤਕਰੀਬਨ 1 ਮਿੰਟ ਤੇ 45 ਸੈਕਿੰਡ ਦਾ ਜਦੋਂ ਗੀਤ ਚੱਲਦਾ ਹੈ, ਤੇ ਤੁਹਾਨੂੰ ਜਿਹੜੀ ਉਹ ਕਲਿੱਪ ਭੇਜੀ ਗਈ ਹੈ ਪਾਕਿਸਤਾਨ ਤੋਂ, ਉਸ ਕਲਿੱਪ ਦੇ ਵਿੱਚ ਸਾਡੇ ਵੱਡੇ ਵੀਰ ਸਰਬਜੀਤ ਅਰੋੜਾ ਸਾਹਿਬ ਜੋ ਪਿਛਲੇ ਸਮੇਂ ਦੇ ਵਿੱਚ ਪਾਕਿਸਤਾਨ ਜਾ ਕੇ ਆਏ, ਤੇ ਜਿਸ ਤਰ੍ਹਾਂ ਦਾ ਮੋਹ, ਜਿਸ ਤਰ੍ਹਾਂ ਦਾ ਪਿਆਰ, ਜਿਸ ਤਰ੍ਹਾਂ ਦਾ ਖਲੂਸ, ਜਿਸ ਤਰ੍ਹਾਂ ਦਾ ਅਹਿਸਾਸ ਇਹ ਲੈ ਕੇ ਆਏ ਸੀ, ਮੈਨੂੰ ਲੱਗਿਆ ਕਿ ਆਜੋ ਆਪਾਂ ਉਹਨਾਂ ਦੇ ਕੋਲੋਂ ਹੀ ਸੁਣਦੇ ਹਾਂ ਉਹ ਕੀ ਸੋਚਦੇ ਨੇ ਇਸ ਗੀਤ ਨੂੰ ਦੇਖਣ ਤੋਂ ਬਾਅਦ, ਜਾਂ ਉਸ ਅਹਿਸਾਸ ਨੂੰ ਇਹਨਾਂ ਦੇ ਕੋਲੋਂ ਵੀ ਪੁੱਛਦੇ ਜੋ ਤੁਸੀਂ ਆਪਣੀ ਕਲਮ ਦੇ ਜ਼ਰੀਏ ਇਸ ਗੀਤ ਵਿੱਚ ਬਿਆਨਣ ਦੀ ਕੋਸ਼ਿਸ਼ ਕੀਤੀ ਹੈ, ਯਕੂਬ ਨੇ ਆਪਣੀ ਆਵਾਜ਼ ਦੇ ਜ਼ਰੀਏ ਸਾਡੇ ਤੱਕ ਪਹੁੰਚਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਰੋੜਾ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਜੀ। ਬਹੁਤ-ਬਹੁਤ ਸ਼ੁਕਰੀਆ ਹਰਜਿੰਦਰ ਜੀ, ਬਹੁਤ ਮਿਹਰਬਾਨੀ ਜੀ। ਸੋ ਆਪਣੇ ਨਾਲ ਸਰ ਸਤਨਾਮ ਸਿੰਘ ਮਾਨਕ ਸਾਹਿਬ ਜਿਨ੍ਹਾਂ ਨੇ ਇਹ ਗੀਤ ਲਿਖਿਆ ਹੈ, ਤੇ ਨਾਲ ਦੀ ਨਾਲ ਜਿਨ੍ਹਾਂ ਨੇ ਗਾਇਆ ਯਾਕੂਬ, ਉਹ ਵੀ ਫੋਨ ਲਾਈਨ ਦੇ ਉੱਪਰ ਪੰਜਾਬ ਤੋਂ ਜੁੜੇ ਹੋਏ ਆ। ਤੇ ਮੈਨੂੰ ਲੱਗਿਆ ਕਿ ਇਸ ਗੀਤ ਦੇ ਵਿੱਚ ਜਦੋਂ ਮੈਂ ਵੀ ਦੇਖਿਆ ਤਾਂ ਮੈਂ ਰਾਈਟ ਵੇ ਤੁਹਾਨੂੰ ਇੱਕ ਕਲਿੱਪ ਵੀ ਭੇਜੀ, ਤੇ ਤੁਸੀਂ ਵੀ ਬੜੇ ਸਰਪ੍ਰਾਈਜ਼ਡ ਹੋਏ। ਪਹਿਲਾਂ ਤਾਂ ਦੱਸੋ ਉਹ ਜਦੋਂ ਕਲਿੱਪ ਦੇਖੀ ਤੁਸੀਂ ਆਪਣੀ, ਤਾਂ ਕਿਵੇਂ ਲੱਗਿਆ? ਜਦੋਂ ਤੁਸੀਂ ਉਹ ਖਾਸ ਤੌਰ ਤੇ ਉਸ ਪੂਰੇ 10 ਮਿੰਟ ਦੇ ਵੀਡੀਓ 'ਚ ਉਹ ਜਿਹੜਾ ਇਸ ਗਾਣੇ ਵਿੱਚ ਵੀ ਵਰਤਿਆ ਗਿਆ ਹੈ, ਉਹ ਮੇਰਾ ਖਿਆਲ ਉਹ ਪੂਰੀ ਦਰਦ ਨੂੰ, ਪੂਰੀ ਕਹਾਣੀ ਨੂੰ ਬਿਆਨ ਕਰਦਾ ਕਲਿੱਪ ਹੈ, ਜੋ 2.5 ਤੋਂ 3 ਸੈਕਿੰਡ ਦਾ। ਤੇ ਉਹ ਮੇਰੇ ਸਾਹਮਣੇ ਉਹ ਦ੍ਰਿਸ਼ ਇੱਕ ਵਾਰ ਫੇਰ ਲੈ ਆਉਂਦਾ
ਜਿਹੜਾ ਮੇਰਾ ਪਹਿਲਾ ਅਹਿਸਾਸ, ਪਹਿਲਾ ਤਜਰਬਾ ਸੀ ਆਪਣੀ ਮਿੱਟੀ, ਆਪਣੇ ਪਿੰਡ ਵਾਪਸ ਮੁੜਨ ਦਾ। ਉਹ ਪਿੰਡ ਜਿੱਥੇ ਮੈਂ ਕਦੀ ਨਹੀਂ ਸੀ ਗਿਆ, ਪਰ ਮੈਨੂੰ ਆਪਣਾ ਤੋਂ ਮਿਲੇ ਕਿ ਮੈਨੂੰ ਲੱਗਣ ਲੱਗਿਆ ਕਿ ਇਹੀ ਮੇਰਾ ਪਿੰਡ ਹੈ, ਇਹੀ ਮੇਰੀ ਮਿੱਟੀ ਹੈ। ਸੋ ਉਹ ਮੇਰੇ ਵਾਸਤੇ ਦੁਬਾਰਾ ਯਾਦਗਾਰ ਸਮਾਂ ਹੋ ਗਿਆ ਇੱਕ ਵਾਰ ਫਿਰ। ਜੀ ਮਾਨਕ ਸਾਹਿਬ, ਤੁਹਾਡੇ ਕੋਲੋਂ ਵੀ ਇਸ ਅਹਿਸਾਸ ਨੂੰ ਥੋੜਾ ਜਿਹਾ ਹੋਰ ਛੇੜਨਾ ਚਾਹਾਂਗੇ ਕਿ ਅਰੋੜਾ ਸਾਹਿਬ ਨੇ ਉਹ ਖੁਦ ਅਨੁਭਵ ਕੀਤਾ ਜੀ, ਉਹ ਜਿਹੜੇ ਆਪਾਂ ਦਰਦ ਦੀ ਗੱਲ ਕਰ ਰਹੇ ਹਾਂ ਜਦੋਂ ਇਹ ਗਏ ਉੱਥੇ, ਔਰ ਜਿਸ ਤਰ੍ਹਾਂ ਦਾ ਫਿਰ ਉੱਥੋਂ ਮੁਹੱਬਤ ਇਹਨਾਂ ਨੂੰ ਮਿਲੀ, ਉਹ ਸਾਡੀਆਂ ਵੀ ਮੈਨੂੰ ਵੀ ਯਾਦ ਹੈ ਜਦੋਂ ਮੈਂ ਉਹ ਕਲਿੱਪ ਦੇਖ ਰਿਹਾ ਸੀ ਤਾਂ ਮੇਰੀਆਂ ਅੱਖਾਂ ਖੁਦ ਨਮ ਹੋ ਗਈਆਂ ਸੀ ਕਿ ਯਾਰ ਇਹ ਚੀਜ਼ ਤਾਂ ਅਸੀਂ ਸੋਚਦੇ ਹੀ ਨਹੀਂ ਕਈ ਦਫਾ। ਮਾਨਕ ਸਾਹਿਬ ਤੁਸੀਂ ਦੱਸੋ ਪਹਿਲਾਂ ਇਹਦੇ ਤੇ ਹੋਰ ਕਮੈਂਟ ਕੀ ਕਰੋਗੇ? ਉਹਦੇ 'ਚ ਇਹ ਗੱਲ ਜਿੱਦਾਂ ਤੁਹਾਡੇ ਸਾਰੇ ਜਿਹੜੇ ਜਿੰਨੇ ਵੀ ਰੋਤੇ ਸੀਗੇ ਜਿਨ੍ਹਾਂ ਨੇ ਭਾਗ ਲਿਆ ਇਸ ਚਰਚਾ 'ਚ, ਇਹ ਸਾਰਿਆਂ ਦਾ ਅਹਿਸਾਸ ਇਹੀ ਹੈ ਕਿ ਆਪਣੀ ਜੰਮਣ ਪੋ ਜਿਹੜੀ ਆ ਉਹਦੇ ਨਾਲ ਜਿਹੜਾ ਮੋਹ ਹੁੰਦਾ ਉਹ ਟੁੱਟਦਾ ਨਹੀਂ ਹੈ। ਬੰਦਾ ਦੂਜੀਆਂ ਥਾਵਾਂ ਤੇ ਜਾ ਕੇ ਵਸ ਜਾਂਦਾ, ਰੋਟੀ ਰੋਜ਼ੀ ਦੀਆਂ ਲੋੜਾਂ ਹੁੰਦੀਆਂ ਤੇ ਜਾ ਕੇ ਉੱਥੇ ਵਸ ਜਾਂਦਾ। ਸਮੇਂ ਦੇ ਨਾਲ ਜਿਹੜੇ ਉਹਨੂੰ ਉੱਥੇ ਦੇ ਮੁਲਕ ਵੀ ਕਈ ਵਾਰ ਚੰਗੇ ਲੱਗਣ ਲੱਗ ਜਾਂਦੇ ਆ, ਜਿੱਥੇ ਰੋਟੀ ਰੋਜ਼ੀ ਕਮਾਣੇ ਆ ਜਿਹੜੇ ਨਾ ਉਹ ਮੁਲਕ ਵੀ ਸਾਡੇ ਲਈ ਚੰਗੇ ਹੁੰਦੇ ਆ। ਪਰ ਜਿਹੜਾ ਜਿੱਥੇ ਤੁਸੀਂ ਜੰਮੇ ਪਲੇ ਆ, ਖੇਲੇ ਕੁੱਦੇ ਆ, ਜਿਨ੍ਹਾਂ ਪਗ ਡੰਡੀਆਂ ਤੋਂ ਗੁਜ਼ਰੇ ਆ, ਜਿਹੜੇ ਵੱਡੇ ਵੱਡੇ ਦਰਖਤਾਂ ਨਾਲ ਤੁਸੀਂ ਜਿਹੜਾ ਇਨਸਾਨਾਂ ਦੀ ਤਰ੍ਹਾਂ ਗੱਲਾਂ ਕੀਤੀਆਂ ਹੈਗੀਆਂ, ਘਰ ਮਕਾਨ, ਉਹ ਚੀਜ਼ਾਂ ਜਿਹੜੀਆਂ ਉਹ ਬੰਦੇ ਦੇ ਜ਼ਿਹਨ 'ਚ ਪੱਕੇ ਤੌਰ ਤੇ ਵਸ ਜਾਂਦੀਆਂ ਤੇ ਉਹਨਾਂ ਪ੍ਰਤੀ ਖਾਸ ਕਿਸਮ ਦਾ ਇੱਕ ਮੋਹ ਰਹਿੰਦਾ। ਤੇ ਇੱਥੇ ਕਈ ਸਾਲ ਪਹਿਲਾਂ ਜਿਹੜੇ ਆ ਪਾਕਿਸਤਾਨ ਦੇ ਬਹੁਤ ਵੱਡੇ ਸ਼ਾਸਤਰੀ ਸੰਗੀਤਕਾਰ ਸਲਾਮਤ ਅਲੀ ਖਾਨ ਸਾਹਿਬ ਆਏ ਸੀ, ਜਿਹੜੇ ਸ਼ਾਮ 84 ਦੇ ਰਹਿਣ ਵਾਲੇ ਸੀਗੇ। ਤੇ ਉਹ ਹੰਸਰਾਜ ਹੋਰਾਂ ਦੇ ਘਰ ਆਏ ਸੀਗੇ ਤੇ ਮੈਨੂੰ ਹੰਸਰਾਜ ਉਹਨਾਂ ਨੇ ਬੁਲਾਇਆ ਕਿ ਸਲਾਮਤ ਅਲੀ ਖਾਨ ਸਾਹਿਬ ਆਏ ਆ, ਉਹਨਾਂ ਨੇ ਸ਼ਾਮ 84 ਜਾਣਾ ਹੈ, ਆਪਾਂ ਉਹਨਾਂ ਦੇ ਨਾਲ ਚੱਲਣਾ। ਤੇ ਅਸੀਂ ਉਹਨਾਂ ਦੇ ਨਾਲ ਗਏ ਤੇ ਜਦੋਂ ਸ਼ਾਮ 84 ਸ਼ੁਰੂ ਹੋ ਗਿਆ ਸ਼ਹਿਰ, ਤੇ ਉਹਨਾਂ ਨੇ ਸਲਾਮਤ ਅਲੀ ਖਾਨ ਸਾਹਿਬ ਨੇ ਕਿਹਾ, ਸ਼ਫਕਤ ਅਲੀ ਉਹਨਾਂ ਦਾ ਲੜਕਾ ਵੀ ਨਾਲ ਸੀਗਾ, ਉਹ ਬਹੁਤ ਵੱਡੇ ਫਨਕਾਰ ਸੀਗੇ ਪਾਕਿਸਤਾਨ ਦੇ, ਹੁਣ ਨਹੀਂ ਰਹੇ। ਸ਼ਫਕਤ ਹੈਗਾ ਜਿਹੜਾ ਉਹਨਾਂ ਦੀ ਥਾਂ ਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਵਧਾ ਰਿਹਾ। ਤੇ ਜਦੋਂ ਸ਼ਾਮ 84 ਸ਼ਹਿਰ ਸ਼ੁਰੂ ਹੋਇਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਰੇ ਹੁਣ ਪਿੱਛੇ ਹਟ ਜਾਓ ਤੇ ਮੈਂ ਇੱਥੋਂ ਆਪ ਜਾਊਂਗਾ ਤੇ ਆਪ ਜਾ ਕੇ ਆਪਣਾ ਘਰ ਲੱਭੂਗਾ। ਤੇ ਉਹ 35-40 ਸਾਲ ਬਾਅਦ ਉਹ ਆਏ ਸੀਗੇ ਤੇ ਉਹ ਸਾਰੇ ਸ਼ਹਿਰ ਚੋਂ ਗੁਜ਼ਰਦੇ ਹੋਏ ਜਿਹੜੇ ਜਾ ਕੇ ਉਹਨਾਂ ਨੇ ਆਪਣਾ ਘਰ ਲੱਭ ਲਿਆ। ਤੇ ਉਹ ਘਰ ਦਾ ਜਿਹੜਾ ਕੁਝ ਹਿੱਸਾ ਬਦਲ ਵੀ ਗਿਆ ਸੀ ਤੇ ਇਹਦੇ ਬਾਵਜੂਦ ਉਹ ਆਪਣੇ ਘਰ ਦੇ ਅੰਦਰ ਗਏ, ਘਰ ਦੇਖਿਆ ਉਹਨਾਂ ਨੇ ਤੇ ਉਹਨਾਂ ਨੇ ਉੱਥੇ ਆਪਣੀ ਧਰਤੀ ਤੇ ਮਿੱਟੀ ਨੂੰ ਨਮਸਕਾਰ ਕੀਤਾ। ਤੇ ਜਿਹੜੀ ਉਹਨਾਂ ਨੇ ਇੱਕ ਗੱਲ ਉਸ ਵੇਲੇ ਕਹੀ ਸੀ, ਕਹਿੰਦੇ ਮੈਂ ਸ਼ਾਮ 84 ਵਿੱਚ ਵਸਦਾ, ਸ਼ਾਮ 84 ਮੇਰੇ ਅੰਦਰ ਵਸਦੀ ਹੈ ਤੇ ਜਿੱਥੇ ਮੈਂ ਦੁਨੀਆ ਭਰ ਵਿੱਚ ਜਾਣਾ ਤੇ ਸ਼ਾਮ 84 ਮੇਰੇ ਨਾਲ ਹੁੰਦੀ ਹੈ। ਰਾਈਟ। ਅੱਛਾ ਯਕੂਬ, ਤੁਸੀਂ ਵੀ ਸੁਣਿਆ ਹੋਣਾ ਸਰਬਜੀਤ ਅਰੋੜਾ ਸਾਹਿਬ ਨੇ ਜੋ ਕਿਹਾ, ਇਹ ਵੀ ਜਾ ਕੇ ਆਏ ਸੀ ਤੇ ਨਾਲ ਦੇ ਨਾਲ ਜੋ ਮਾਨਕ ਸਾਹਿਬ ਕਹਿ ਰਹੇ ਸੀਗੇ, ਕਿਉਂਕਿ ਮੈਨੂੰ ਇਹ ਲੱਗਿਆ ਸੀ ਕਿ ਉਹਨਾਂ ਨੂੰ ਵੀ ਕਿਉਂਕਿ ਇਸ ਕਲਿੱਪ ਦੇ ਜਿਹੜੇ ਭਾਵ ਨੇ, ਇਸ ਗੀਤ ਦੇ ਮਾਫ਼ ਕਰਨਾ, ਉਹਨਾਂ ਨੂੰ ਲਾਈਵ ਅਸੀਂ ਅੱਜ ਦੀ ਆਪਣੀ ਇਸ ਡਿਸਕਸ਼ਨ ਦੇ ਵਿੱਚ ਨਾਲ ਜੋੜਨਾ ਚਾਹੁੰਦੇ ਸੀ। ਤੁਸੀਂ ਵੀ ਇਹਦੇ ਤੇ ਕਮੈਂਟ ਕਰਨਾ ਚਾਹੋ ਤਾਂ ਫਿਰ ਥੋੜਾ ਜਿਹਾ ਅਰੋੜਾ ਸਾਹਿਬ ਤੋਂ ਇਹਦੇ ਬਾਰੇ ਚ ਹੋਰ ਪੁੱਛਦੇ ਹਾਂ ਕਿ ਕਿੱਦਾਂ ਦਾ ਰਿਹਾ ਸੀ ਇਹਨਾਂ ਦਾ ਸਫ਼ਰ ਉਦੋਂ। ਹਾਂਜੀ, ਮੈਂ ਤਾਂ ਦੇਖੋ ਦੁਬਾਰਾ ਜਿਹੜੀ ਮਾਨਕ ਸਾਹਿਬ ਨੇ ਗੱਲ ਕੀਤੀ ਹੈ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਦੀ, ਹੈ ਨਾ ਜੀ, ਤੇ ਮਤਲਬ ਮੈਂ ਇਹ ਸੋਚ ਰਿਹਾ ਕਿ ਅਗਰ ਉਹ 35-40 ਸਾਲ ਬਾਅਦ ਆਏ ਸੀ ਤੇ ਉਹਨਾਂ ਨੇ ਕਿਹਾ ਮੈਂ ਆਪਣਾ ਘਰ ਆਪੇ ਲੱਭਾਂਗਾ, ਇਹਦਾ ਮਤਲਬ ਕਿ 35-40 ਸਾਲਾਂ ਦੇ ਦਰਮਿਆਨ ਕੋਈ ਐਸਾ ਪਲ, ਕੋਈ ਐਸਾ ਮਿੰਟ ਸੈਕਿੰਡ ਨਹੀਂ ਸੀ ਜਦੋਂ ਉਹ ਆਪਣੇ ਘਰ ਨੂੰ, ਆਪਣੇ ਰਾਹਾਂ ਨੂੰ, ਆਪਣੀਆਂ ਗਲੀਆਂ ਨੂੰ, ਉਹਨਾਂ ਦਰਵਾਜ਼ਿਆਂ ਨੂੰ ਨਹੀਂ ਯਾਦ ਕਰਦੇ ਹੋਣਗੇ ਕਿ ਮੇਰੀਆਂ ਉੱਥੇ ਆਹ ਚੀਜ਼ਾਂ ਆ, ਹੈ ਨਾ ਜੀ। ਤੇ ਮਤਲਬ ਉਸ ਬੰਦੇ ਦੀ ਜ਼ਿੰਦਗੀ ਕੀ ਹੋਏਗੀ। ਤੇ ਐਸੇ ਲੱਖਾਂ ਕਰੋੜਾਂ ਲੋਕ ਨੇ ਪੂਰੀ ਦੁਨੀਆ ਦੇ ਵਿੱਚ ਵੱਸਦੇ, ਜਿਨ੍ਹਾਂ ਦੇ ਇੱਧਰ ਚੜ੍ਹਦੇ ਪੰਜਾਬ 'ਚ ਰਹਿ ਗਏ, ਜਿਨ੍ਹਾਂ ਦੇ ਲਹਿੰਦੇ ਪੰਜਾਬ 'ਚ ਰਹਿ ਗਏ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿਹੜੀ ਸਾਡੀ ਗੱਲ ਕਰਨੀ ਹੈ, ਡਿਸਕਸ਼ਨ ਹੈ, ਇਹ ਫਿਰ ਵੀ ਕਿਤੇ ਸੌਖੀ ਆ, ਪਰ ਜਿਨ੍ਹਾਂ ਲੋਕਾਂ ਨੇ ਇਹ ਪੀੜਾਂ ਹੰਡਾਈਆਂ ਆ, ਮਤਲਬ ਉਹਨਾਂ ਬਾਰੇ ਸੋਚ ਕੇ ਵੀ ਜਿਹੜੀ ਰੂਹ ਕੰਬ ਜਾਂਦੀ ਹੈ ਜੀ। ਰਾਈਟ। ਅੱਛਾ ਸਰਬਜੀਤ ਜੀ ਦੱਸੋ ਥੋੜਾ ਜਿਹਾ। ਹਾਂਜੀ 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 ਜੀ 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 ਹਾਂਜੀ ਹਾਂਜੀ, ਸੌਰੀ ਤੁਸੀਂ ਕੰਟੀਨਿਊ ਕਰ ਲਓ। ਹਾਂਜੀ ਸੌਰੀ। ਹਾਂਜੀ ਨਹੀਂ ਕੋਈ ਨਹੀਂ, ਮੈਂ ਤਾਂ ਪਹਿਲੀ ਕਾਲ ਮੈਨੂੰ ਯਾਦ ਆ ਰਹੀ ਸੀ, ਉਹ ਕੋਈ ਬਜ਼ੁਰਗ ਸੀਗੇ ਕਹਿ ਰਹੇ ਸੀ ਕਿ ਜਦੋਂ ਇਹ ਹੋਇਆ ਉਹ 13 ਸਾਲ ਦੀ ਸੀਗੀ ਤੇ 13 ਸਾਲ ਦੇ ਬੱਚੇ ਨੂੰ ਸਾਰੀ ਸੁਰਤ ਸੰਭਾਲ ਹੁੰਦੀ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਆਪਣਾ ਸਾਰੀ ਜ਼ਿੰਦਗੀ ਕਿੱਦਾਂ ਉਹ ਟਾਈਮ ਨੂੰ ਯਾਦ ਕਰਕੇ ਬਤਾਈ ਹੋਏਗੀ। ਉਹ ਭੁੱਲਣ ਵਾਲੇ ਪਲ ਥੋੜੀ ਹੈਗੇ ਆ ਜੀ, ਚਾਹੇ ਸਮਾਂ ਹੋਵੇ ਚਾਹੇ ਮਾੜਾ, ਜੇ ਮਾੜਾ ਹੋਵੇ ਤਾਂ ਕਦੇ ਵੀ ਨਹੀਂ ਭੁੱਲਦਾ।
ਜੀ ਜੀ ਜੀ। ਅੱਛਾ ਅਰੋੜਾ ਸਾਹਿਬ, ਤੁਸੀਂ ਵੀ ਕਿਉਂਕਿ ਆਪਣੇ ਤੌਰ ਤੇ ਤਾਂ ਤੁਹਾਡਾ ਜਨਮ ਨਹੀਂ ਸੀ ਹੋਇਆ ਉੱਥੇ ਪਾਕਿਸਤਾਨ ਦੇ ਵਿੱਚ, ਜੇ ਤੁਹਾਡੀ ਗੱਲ ਕਰੀਏ ਤਾਂ, ਪਰ ਤੁਹਾਨੂੰ ਉਹ ਅਟੈਚਮੈਂਟ ਕਿਉਂ ਇੰਨੀ ਇਮੋਸ਼ਨਲ ਕਰ ਗਈ? ਹਰਜਿੰਦਰ ਜੀ, ਦੋ ਗੱਲਾਂ ਨੇ ਜੀ ਇਸ ਵਿੱਚ। ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਜਿਹਦਾ ਜ਼ਿਕਰ ਕਰਨਾ ਚਾਹੁੰਦਾ, ਜਿਸ ਪਰਿਵਾਰ ਵਿੱਚ ਮੈਂ ਜੰਮਿਆ ਵਾਂ, ਉੱਥੇ ਜੰਮਦੇ ਨੂੰ ਕੁਝ ਗੱਲਾਂ ਜਿਹੜੀ ਸਾਨੂੰ ਇੱਕ ਹਰ ਵਿਆਹ ਸ਼ਾਦੀ ਪਾਰਟੀ ਵਿੱਚ ਸਾਨੂੰ ਸੁਣਨ ਇੱਕ ਸਵਾਲ ਮਿਲਦਾ ਸੀ, ਜਿਹੜਾ ਸਵਾਲ ਹੁਣ ਆਲਮੋਸਟ ਖਤਮ ਹੋ ਚੁੱਕਿਆ ਹੈ। ਜਿਹਦੇ ਮੇਰੇ ਜਿਹੜੇ ਬਜ਼ੁਰਗ ਸਨ ਇੱਕ ਦੂਜੇ ਨੂੰ ਮਿਲਦੇ ਸੀ, ਪੁੱਛਦੇ ਤੁਸੀਂ ਪਿੱਛੋਂ ਕਿੱਥੋਂ ਦੇ ਹੋ। ਇਹਦਾ ਸਵਾਲ ਦਾ ਮਤਲਬ ਇਹ ਬੜਾ ਗੂੜਾ ਮਤਲਬ ਸੀ ਕਿ ਤੁਸੀਂ ਪਿੱਛੋਂ ਕਿੱਥੋਂ ਦੇ ਹੋ। ਦੱਸਿਆ ਮੈਂ ਫਰੂਕੀਆਂ ਦਾ, ਮੈਂ ਸਰਗੋਦੇ ਦਾ, ਮੈਂ ਲਾਇਲਪੁਰ ਦਾ ਹੈਗਾ, ਮੈਂ ਜਿਸ ਵੀ ਸ਼ਹਿਰ ਦਾ ਦੱਸਦੇ, ਮੈਂ ਕਮਾਲੀਏ ਦਾ, ਪਿੰਡੀ ਦਾ। ਫਿਰ ਉਹਨਾਂ ਰਿਸ਼ਤੇਦਾਰੀਆਂ ਗੰਢ ਤੋਂ ਕਰਕੇ ਰਿਸ਼ਤੇਦਾਰੀ ਲੱਭੀ ਜਾਂਦੀ। ਇਹ ਕਿਉਂਕਿ ਇੰਟਰਨੈਟ ਦਾ ਦੌਰ ਨਹੀਂ ਸੀ, ਅਚਾਨਕ ਕਿਸੇ ਨੂੰ ਮਿਲ ਪੈਣਾ, ਫਿਰ ਉਹਦਾ ਰਿਸ਼ਤੇਦਾਰੀ ਬਣਾ ਲੈਣੀ, ਇਹ ਇੱਕ ਇਹ 'ਚ ਆਪਣਤ ਸੀਗੀ। ਮੈਂ ਸਾਰੀਆਂ ਕਹਾਣੀਆਂ ਆਪਣੇ ਬਚਪਨ 'ਚ ਸੁਣੀਆਂ ਨੇ। ਮੇਰਾ ਜਨਮ 1971 ਦਾ ਹੈ, ਸੋ ਜ਼ਾਹਿਰੀ ਗੱਲ ਹੈ ਕਿ ਮੈਂ ਉਸ ਬਹੁਤ ਬਾਅਦ ਜੰਮਿਆ, ਜਿਸ ਵੇਲੇ ਉਸ ਦੌਰ ਜਦੋਂ ਨਫ਼ਰਤਾਂ ਦੀ ਬੜੀ ਹਨੇਰੀ ਸੀ, ਇੱਕ ਦੂਸਰੇ ਵੱਲ ਨਫ਼ਰਤਾਂ ਵੀ ਸੀਗੀਆਂ, 71 ਦੀ ਜੰਗ ਵੀ ਲੱਗੀ ਸੀ, ਉਸ 65 ਵਿੱਚ ਜੰਗ ਹੋ ਚੁੱਕੀ ਸੀ। ਪਰ ਕਿਉਂਕਿ ਘਰ ਦਾ ਜੋ ਮਾਹੌਲ ਸੀ, ਜੋ ਉਸ ਵਿੱਚ ਗੱਲਾਂ ਸੁਣੀਆਂ ਸਨ, ਮੇਰੇ ਵਾਸਤੇ ਇਹ ਬੜਾ ਅਹਿਮ ਸੀ ਕਿ ਮੈਂ ਜਿਹਨੂੰ ਕਹਿੰਦੇ ਆ ਕਿ ਖੂਹ ਦੀ ਮਿੱਟੀ ਖੂਹ ਨੂੰ ਲੱਗਦੀ ਹੁੰਦੀ ਹੈ। ਮੈਂ ਜਿਸ ਥਾਂ ਤੋਂ ਮੇਰੇ 7 ਪੁਸ਼ਤਾਂ ਜਿੱਥੇ ਮੇਰੀ ਰਹੀਆਂ ਹੋਣ, ਮੈਂ ਉਸ 'ਚ ਵਾਪਸ ਉੱਥੇ ਘੁੰਮ ਕੇ ਲੈ ਜਾਵਾਂ, ਤੇ ਮੇਰੇ ਲਈ ਇਹ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਅਧੂਰੀ ਹੈ। ਮੇਰਾ ਜੀਵਨ ਉਦੋਂ ਹੀ ਪੂਰਾ ਹੋਏਗਾ ਜਦੋਂ ਮੈਂ ਉੱਥੇ ਵਾਪਸ ਆਪਣੀ ਜਿੱਥੇ ਮੇਰੇ ਜਿਸ ਪਿੰਡ ਵਿੱਚ, ਜਿਸ ਘਰ ਦੇ ਵਿੱਚ ਮੇਰੇ ਪਿਓ ਦਾਦੇ ਜੰਮੇ ਨੇ, ਉਸ ਮਿੱਟੀ ਨੂੰ ਜਿੰਨਾ ਮੈਂ ਆਪਣੇ ਹੱਥੀਂ ਮੈਂ ਵੇਖ ਲਿਆ, ਉਸ ਮਿੱਟੀ ਨੂੰ ਮੈਂ ਸਜਦਾ ਨਹੀਂ ਕਰਦਾ। ਮੇਰਾ ਜਨਮ ਨਹੀਂ ਪੂਰਾ ਕੰਪਲੀਟ ਹੋ ਸਕਦਾ, ਇਸ ਲਈ ਮੇਰੇ ਲਈ ਉਹ ਜਾਣਾ ਲਾਜ਼ਮੀ ਸੀ। ਇਸੇ ਕਰਕੇ ਮੈਂ ਵਾਪਸ ਉੱਥੇ ਮੁੜ ਕੇ ਗਿਆ। ਅੱਛਾ, ਜਦੋਂ ਤੁਸੀਂ ਉੱਥੇ ਪਹੁੰਚੇ ਸੀ ਤਾਂ ਕੁਝ ਸ਼ਬਦਾਂ ਦੇ ਵਿੱਚ, ਥੋੜੇ ਸ਼ਬਦਾਂ 'ਚ ਜੇ ਦੱਸਣਾ ਹੋਵੇ, ਜਦੋਂ ਜਿੱਦਾਂ ਜਿਹੜਾ ਤੁਹਾਡਾ ਘਰ ਸੀ, ਜਿੱਦਾਂ ਤੁਹਾਨੂੰ ਦੱਸਿਆ ਜਾ ਰਿਹਾ ਸੀ ਕਿ ਹਾਂਜੀ ਇੱਥੇ ਤੁਹਾਡੇ ਬਜ਼ੁਰਗ ਰਹਿੰਦੇ ਸੀ, ਜਦੋਂ ਤੁਸੀਂ ਉਸ ਪਾਸੇ ਵੱਲ ਨੂੰ ਜਾ ਰਹੇ ਸੀ, ਮੈਂ ਉਹ ਵੀਡੀਓ 'ਚ ਦੇਖ ਰਿਹਾ ਸੀ, ਤੁਹਾਡੀਆਂ ਅੱਖਾਂ ਨਮ ਸੀ, ਤੁਸੀਂ ਰੋ ਰਹੇ ਸੀ, ਨਾਲ ਦੇ ਜਿਹੜੇ ਲੋਕ ਸੀ ਉਹ ਇੱਕ ਵੱਖਰੀ ਤਰ੍ਹਾਂ ਦੀ ਖੁਸ਼ੀ ਮਾਣ ਰਹੇ ਸੀ ਕਿ ਹਾਂ ਯਾਰ ਕੁਝ ਜਿਵੇਂ ਕਿਸੇ ਦਾ ਗਵਾਚਾ ਲੱਭ ਗਿਆ ਹੋਵੇ। ਮੈਨੂੰ ਯਾਦ ਆ ਰਹੀ ਹੈ ਤੁਹਾਡੀ ਉਹ ਵੀਡੀਓ ਅੱਜ ਫਿਰ ਇੱਕ ਵਾਰ। ਉਹ ਕਿਉਂ ਹੋ ਰਿਹਾ ਸੀ ਇਦਾਂ ਸਰ? ਇਹ ਜਿਹੜੀ ਦਿਲਾਂ ਦੀ ਖਿੱਚ ਹੁੰਦੀ ਹੈ ਨਾ, ਇਹ ਬਦੋ ਬਦੀ ਹੁੰਦੀ ਹੈ। ਤੁਹਾਡੇ ਅੰਦਰੋਂ ਜਿਹੜੇ ਜਜ਼ਬਾਤ ਨੇ ਉਹ ਨੇ। ਮੇਰੇ ਕਹਿਣ ਨਾਲ ਜਾਂ ਇਹ ਮਹਿਸੂਸ ਕਰਨ ਦੀ ਚੀਜ਼ ਹੈ, ਦੱਸਣ ਵਾਲੀ ਚੀਜ਼ ਨਹੀਂ ਕਿ ਮੈਂ ਕੀ ਉਸ ਵਕਤ ਮਹਿਸੂਸ ਕਰ ਰਿਹਾ ਸੀ। ਮੇਰੇ ਲਈ ਇਹ ਬੜਾ ਅਹਿਮ ਸੀ ਕਿ ਜਿੱਥੇ ਮੇਰੇ ਦਾਦਾ ਜੀ ਜੋ ਕਿ ਹੁਣ ਇਸ ਦੁਨੀਆ ਤੇ ਨਹੀਂ, ਜਾਂ ਜਿੱਥੇ ਮੇਰੇ ਪਿਤਾ ਜੀ ਸਕੂਲ ਗਏ, ਮੇਰੇ ਪਾਪਾ ਜਿਹੜੇ ਸਕੂਲ 'ਚ ਪੜ੍ਹੇ, ਮੈਂ ਉਸ ਸਕੂਲ ਦੀ ਚਾਰ ਦੀਵਾਰੀ ਨੂੰ ਦੇਖਿਆ। ਮੇਰੇ ਫਾਦਰ ਉਸ ਸਕੂਲ ਵਾਪਸ ਮੁੜ ਕੇ ਨਹੀਂ ਜਾ ਸਕੇ। ਮੇਰੇ ਫਾਦਰ ਦੀ ਉਮਰ 9 ਸਾਲ ਸੀਗੀ ਜਿਸ ਵੇਲੇ ਆਏ, ਮੁੜ ਕੇ ਉਸ ਸਕੂਲ ਵਿੱਚ ਨਹੀਂ ਜਾ ਸਕੇ। ਉਹ ਹਮੇਸ਼ਾ ਉਹਨਾਂ ਦਾ ਜ਼ਿਕਰ ਹੈ ਕਿ ਮੇਰਾ ਸਕੂਲ ਇੱਥੇ ਸੀ, ਮੇਰੇ ਸਕੂਲ ਤੋਂ ਘਰ ਇੱਥੇ ਸੀ, ਇੱਥੇ ਰਾਜ ਖਜੂਰ ਦੇ ਦਰਖਤ ਸਨ, ਸਾਡਾ ਖੂਹ ਇੱਥੇ ਸੀ, ਉਹਨੂੰ ਖੱਜੀਆਂ ਵਾਲਾ ਖੂਹ ਸੱਦਦੇ ਸੀ। ਸੋ ਮੇਰੇ ਲਈ ਇਹ ਖੁਦ ਬ ਖੁਦ ਜਿਵੇਂ ਉਹ ਤਸਵੀਰਾਂ ਬਣ ਰਹੀਆਂ ਸਨ ਜੋ ਮੈਂ ਬਚਪਨ ਦੀ ਇਹ ਕਹਾਣੀਆਂ ਵਿੱਚ। ਇੱਕ ਚੀਜ਼ ਇਹ 'ਚ ਹੋਰ ਮੈਂ ਅਹਿਮ ਜਿਸ ਦਾ ਜ਼ਿਕਰ ਕਰ ਦੇਣਾ ਚਾਹੁੰਦਾ ਵਾਂ, ਮੈਂ ਜਦੋਂ 9ਵੀਂ ਜਮਾਤ 'ਚ ਪੜ੍ਹਦਾ ਸੀ, ਮੇਰੇ ਦਾਦਾ ਜੀ ਕੋਈ ਬਿਮਾਰ ਸੀ, ਮੈਂ ਉਹਨਾਂ ਕੋਲ ਬਹੁਤ ਸਾਰੀ ਗੱਲਾਂ ਰਿਕਾਰਡ ਕਰ ਲਈ ਸੀ। ਉਸ ਵੇਲੇ ਆਡੀਓ ਕੈਸਟਾਂ ਦਾ ਦੌਰ ਸੀ, ਜੋ ਕਿਸੇ ਕਹਾਣੀ ਸੁਣਾਉਂਦੇ ਸੀ, ਮੈਂ ਇੱਕ ਦਿਨ ਬਿਠਾ ਕੇ ਉਹਨਾਂ ਕੋਲ ਇੱਕ ਕੈਸਟ ਦੀ A ਤੇ B ਸਾਈਡ ਦੋਵੇਂ ਰਿਕਾਰਡ ਕਰਕੇ ਰੱਖ ਲਈਆਂ ਸਨ। ਉਹ ਕਿਸ ਗੱਲਾਂ ਜਿਹੜੀਆਂ ਰਿਕਾਰਡਡ ਮੇਰੇ ਕੋਲ ਕਨਵਰਸੇਸ਼ਨ ਸੀਗੀਆਂ, ਉਹ ਨਕਸ਼ਾ ਉਹਨਾਂ ਨੇ ਜਿਹੜਾ ਬਿੰਬ ਬਣਾਇਆ ਸੀ, ਤਸਵੀਰ ਬਣਾਈ ਸੀ, ਉਹ ਤਸਵੀਰ ਮੈਂ ਦੇਖ ਰਿਹਾ ਸੀ। ਤੇ ਮੇਰੇ ਲਈ ਇਹ ਵੀ ਬੜਾ ਜ਼ਰੂਰੀ ਸੀ ਕਿ ਮੈਂ ਉਹ ਕੰਮ ਜੋ ਮੇਰੇ ਦਾਦਾ ਜੀ ਸਾਰੀ ਜ਼ਿੰਦਗੀ ਬਾਪੂ ਜੀ ਨਹੀਂ ਕਰ ਸਕੇ, ਮੈਂ ਉਹਨਾਂ ਲਈ ਇਹ ਕੰਮ ਕਰ ਰਿਹਾ। ਸੋ ਇਸ ਕਰਕੇ ਬੜਾ ਇਮੋਸ਼ਨਲ ਸੀ। ਮੈਂ ਅੱਜ ਵੀ ਉਹਨੂੰ ਯਾਦ ਕਰਦਾ, ਮੈਂ ਹੁਣ ਵੀ ਬੜਾ ਭਾਵੁਕ ਹੋ ਜਾਂਦਾ ਉਸ ਚੀਜ਼ ਨੂੰ ਯਾਦ ਕਰਕੇ। ਅੱਛਾ, ਤੁਹਾਨੂੰ ਵੀ ਇਹ ਗੱਲ ਜਿਹੜੀ ਤੁਸੀਂ ਲਿਖੀ ਹੈ, ਜਿਹੜਾ ਮੈਂ ਇਹ ਨਾਲ ਸਰਬਜੀਤ ਅਰੋੜਾ ਸਾਹਿਬ ਵਾਲਾ ਐਂਗਲ ਨਾਲ ਜੋੜਿਆ, ਤੇ ਤੁਹਾਨੂੰ ਕੀ ਲੱਗ ਰਿਹਾ ਜਿਹੜੀ ਇਹ ਗੱਲ ਅਸੀਂ ਕੀਤੀ ਹੈ ਜਾਂ ਤੁਸੀਂ ਜੋ ਲਿਖੀ ਹੈ ਤੇ ਜਾਂ ਜੋ ਯਾਕੂਬ ਹੋਰਾਂ ਨੇ ਗਾਇਆ, ਇਹ ਤਾਂ ਆਪਣਾ ਇੱਕ ਰੈਫਰੈਂਸ ਤਿੰਨਾਂ ਜਣਿਆਂ ਦਾ ਤੁਹਾਡਾ ਤਾਂ ਆਪਾਂ ਸਾਹਮਣੇ ਕਰ ਦਿੱਤਾ। ਬੇਸ਼ੱਕ ਸੁਣਨ ਵਾਲਿਆਂ ਦੇ ਵਿੱਚ ਬਹੁਤ ਸਾਰੇ ਲੋਕ ਇੱਦਾਂ ਦੇ ਹੋਣਗੇ ਜਿਹੜੇ ਰਿਲੇਟ ਕਰ ਰਹੇ ਹੋਣਗੇ। ਤੁਸੀਂ ਇਸ ਗੱਲ ਨੂੰ ਹੁਣ ਕਿਵੇਂ ਦੇਖਦੇ ਹੋ? ਤੇ ਫਿਰ ਆਪਾਂ ਉਸ ਤੋਂ ਬਾਅਦ ਗੀਤ ਸਾਂਝਾ ਕਰਦੇ ਹਾਂ। ਹਰਜਿੰਦਰ ਗਿੱਲ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਇਸ ਗੱਲ ਦੀ ਮੈਂ ਤੁਹਾਡੀ ਬਹੁਤ ਪ੍ਰਸ਼ੰਸਾ ਕਰਦਾ ਕਿ ਤੁਸੀਂ ਅਰੋੜਾ ਸਾਹਿਬ ਨਾਲ ਸਾਡੀ ਮੁਲਾਕਾਤ ਕਰਾਤੀ ਹੈ। ਜਿਹਨੇ ਉਸ ਵੀਡੀਓ ਵਿੱਚ ਜਿਨ੍ਹਾਂ ਦਾ ਕੁਛ ਨਾ ਕੁਛ ਉਹ ਵੀਡੀਓ ਵਿੱਚ ਵੀ ਉਹਨਾਂ ਦੀ ਹਾਜ਼ਰੀ ਹੈਗੀ ਹੈ। ਹਾਂਜੀ, ਤੁਸੀਂ 1:45 ਸੌਰੀ 1 ਮਿੰਟ ਤੇ 45 ਸੈਕਿੰਡ ਤੇ ਦੇਖੋਗੇ ਤਾਂ ਅਰੋੜਾ ਸਾਹਿਬ ਦੀ ਕਲਿੱਪ ਤੁਹਾਨੂੰ ਲੱਭਣੀ ਹੈ ਜੀ। ਹਾਂ ਠੀਕ ਹੈ ਜੀ। ਤੇ ਉਹਦੇ ਤੇ ਮੈਂ ਤਾਂ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਜਿਹੜਾ ਜਦੋਂ ਮੈਂ ਨਾਸਰ ਢਿੱਲੋਂ ਉਹਨਾਂ ਨੂੰ ਕਿਹਾ ਕਿ ਮੈਂ ਇੱਕ ਇੱਦਾਂ ਦਾ ਗਾਣਾ ਲਿਖਿਆ, ਮੈਂ ਤੁਹਾਡੀਆਂ ਜਿਹੜੀਆਂ ਪੰਜਾਬੀ ਲਹਿਰਾਂ, ਮੈਂ ਤੁਹਾਡਾ ਚੈਨਲ ਦੇਖਦਾ ਰਿਹਾ। ਬਹੁਤ ਸਾਰੇ ਲੋਕ ਜਿਹੜੇ ਆ ਭਾਰਤ ਤੋਂ ਜਾ ਕੇ ਜਾਂ ਭਾਰਤ ਤੋਂ ਜਾ ਕੇ ਵਿਦੇਸ਼ਾਂ 'ਚ ਰਹਿੰਦੇ ਹੋਏ ਇੱਥੇ ਆ ਕੇ ਆਪਣੇ ਘਰ
ਜਿਹੜੇ ਆਪਣੇ ਸ਼ਹਿਰ ਆਪਣੇ ਪਿੰਡ ਦੇਖਣ ਦਾ ਯਤਨ ਕਰਦੇ ਆ, ਤੁਸੀਂ ਉਹਨਾਂ ਦੀ ਬੜੀ ਮਦਦ ਕਰਦੇ ਆ, ਉਹਨਾਂ ਦੀ ਕਵਰੇਜ ਵੀ ਕਰਦੇ ਆ। ਮੈਨੂੰ ਕੁਛ ਇੱਦਾਂ ਦੀਆਂ ਕਲਿੱਪਸ ਚਾਹੀਦੀਆਂ ਜਿਹੜੀਆਂ ਉਹ ਮੈਂ ਇਹਦੇ 'ਚ ਗਾਣੇ 'ਚ ਵਰਤ ਸਕਾਂ। ਉਹਦੇ 'ਚ ਗੱਲ ਇਹ ਹੈ, ਕਲਿੱਪਸ ਜਿਹੜਾ ਚੈਨਲ ਤਾਂ ਮੈਂ ਉਹਨਾਂ ਦਾ ਦੇਖਦਾ ਰਿਹਾ, ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਉੱਪਰ ਉਹ ਬੜੀਆਂ ਭਾਵੁਕ ਕਰਦੀਆਂ ਸੀਆਂ। ਉਹ ਗਾਣਾ ਇਹ ਸਾਰਾ ਮੈਂ ਲਿਖਿਆ ਨਾ, ਇਹ ਸਾਰਾ ਪੰਜਾਬੀ ਲਹਿਰਾਂ 'ਚ ਵੀ ਇਸ ਤਰ੍ਹਾਂ ਦੀਆਂ, ਜੋ ਤਾਂ ਆਪਾਂ ਇਤਿਹਾਸ ਪੜ੍ਹਿਆ, ਜੋ ਕਥਾ ਕਹਾਣੀਆਂ ਸੁਣੀਆਂ, ਨਾਵਲ ਪੜ੍ਹੇ ਆ, ਕਵਿਤਾਵਾਂ ਪੜ੍ਹੀਆਂ, ਉਹਨਾਂ ਦਾ ਵੀ ਅਸਰ ਸੀਗਾ। ਇੱਕ ਜਿਹੜਾ ਪੰਜਾਬੀ ਲਹਿਰਾਂ ਦਾ ਜਿਹੜਾ ਨਾਸਰ ਢਿੱਲੋਂ ਹੋਣੀ ਤੇ ਲਵਲੀ ਆ, ਉੱਥੇ ਇੱਕ ਲੜਕਾ ਉਹਨਾਂ ਦੇ ਨਾਲ ਸਰਦਾਰ ਆ, ਦੋਏ ਰਲ ਕੇ ਉਹਨਾਂ ਨੇ ਬਹੁਤ ਹੀ ਮਹੱਤਵਪੂਰਨ ਕੰਮ ਜਿਹੜਾ ਪਿਛਲੇ ਕਈ ਦਹਾਕਿਆਂ ਤੋਂ ਕਰ ਰਿਹਾ। ਜਿਹੜੇ ਲੋਕ ਇੱਧਰੋਂ ਜਾਂਦੇ ਆ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਲੈ ਕੇ ਜਾਂਦੇ ਆ, ਉਹਨਾਂ ਦੇ ਘਰ ਲਭਾਉਂਦੇ ਆ, ਉਹਨਾਂ ਨੂੰ ਲੋਕਾਂ ਨੂੰ ਉੱਥੇ ਦੇ ਸਥਾਨਕ ਲੋਕਾਂ ਨਾਲ ਮਿਲਾਉਂਦੇ ਆ, ਤੇ ਉਹ ਆਪ ਜਿਹੜੀਆਂ ਲੋਕਾਂ ਨੂੰ ਲੈ ਕੇ ਜਾਂਦੇ ਆਪ ਵੀ ਕਾਫੀ ਸਮਾਂ ਤੇ ਊਰਜਾ ਲਗਾਉਂਦੇ ਆ। ਉਹ ਇਹਨਾਂ ਚੀਜ਼ਾਂ ਨੂੰ ਮੈਂ ਦੇਖਿਆ ਤੇ ਉਹ ਤੋਂ ਉਹਨਾਂ ਨੂੰ ਦੇਖ ਕੇ ਮੇਰੇ ਮਨ 'ਚ ਇਹ ਗੱਲ ਆਈ ਕਿ ਇਹ ਜਿਹੜਾ ਲੋਕਾਂ ਦਾ ਦੁਖਾਂਤ ਆ, ਇਹਨੂੰ ਸ਼ਬਦ ਦੇਣੇ ਚਾਹੀਦੇ ਆ ਤੇ ਇਹਨੂੰ ਗੀਤ 'ਚ ਢਾਲਿਆ ਜਾਣਾ ਚਾਹੀਦਾ। ਤੇ ਫਿਰ ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ ਕਿ ਯਕੂਬ ਮੇਰੇ ਲਈ ਮੇਰੇ ਬੱਚਿਆਂ ਵਾਂਗ ਆ, ਤੇ ਇਹ ਜਦੋਂ ਜਿਹੜੀ ਕੋਈ ਮੇਰੇ ਮਨ ਦਾ ਦਰਦ ਹੁੰਦਾ ਜਿਹਨੂੰ ਮੈਂ ਸ਼ਬਦਾਂ ਦਾ ਰੂਪ ਦਿੰਦਾ, ਉਹ ਦਰਦ ਨੂੰ ਆਵਾਜ਼ ਦੇ ਕੇ ਉਹਦੀ ਜਿਹੜੀ ਸ਼ਿੱਦਤ ਆ ਉਹ ਹੋਰ ਜ਼ਿਆਦਾ ਵਧਾ ਦਿੰਦਾ। ਰਾਈਟ। ਸੋ ਦੋਸਤੋ, ਹੁਣ ਬਹੁਤੀ ਦੇਰ ਨਾ ਕਰਦੇ ਹੋਏ, ਵੈਸੇ ਤਾਂ ਸਮਾਂ ਆਲਰੇਡੀ 2:42, ਸੋ ਅਸੀਂ ਅੱਧੇ ਪੌਣੇ ਘੰਟੇ ਤੋਂ ਲਗਾਤਾਰ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਤੇ ਅਜੇ ਸ਼ਾਇਦ ਹੋਰ ਵੀ ਘੰਟਿਆਂ ਬੱਧੀ ਵੀ ਲੱਗੇ ਰਹੀਏ ਤਾਂ ਗੱਲ ਮੁੱਕਣੀ ਨਹੀਂ ਹੈ। ਤੁਹਾਨੂੰ ਕਹਿਣਾ ਹਰਜਿੰਦਰ ਜੀ, ਇੱਕ ਗੱਲ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਐਤਕੀ ਇੱਕ ਜਿਹੜਾ 14 ਨੂੰ ਇੱਕ ਤਾਂ 8 ਅਗਸਤ ਨੂੰ ਅਸੀਂ ਅੰਮ੍ਰਿਤਸਰ ਸੈਮੀਨਾਰ ਕੀਤਾ ਸੀ, ਜਿਹੜੀਆਂ ਜਥੇਬੰਦੀਆਂ ਸਾਡੀਆਂ ਹਿੰਦ ਪਾਕ ਦੋਸਤੀ ਮੰਚ, ਫੋਕਲੋਰ ਰਿਸਰਚ ਅਕੈਡਮੀ ਜਾਂ ਸਾਫਮਾ ਨਾਲ ਅਸੀਂ ਰਲ ਕੇ ਜਿਹੜਾ ਕੈਂਡਲ ਵਿਜਲ ਦਾ ਪ੍ਰੋਗਰਾਮ ਕਰਦੇ ਹਾਂ ਜਾਂ ਸੈਮੀਨਾਰ ਕਰਾ ਰਹੇ ਹਾਂ ਜਾਂ ਕਲਚਰ ਪ੍ਰੋਗਰਾਮ ਇੰਡੀਆ ਪਾਕਿਸਤਾਨ ਪੀਸ ਲਈ ਕਰਦੇ ਹਾਂ। ਉਹ ਸਾਡੀ 25ਵੀਂ ਵਰ੍ਹੇਗੰਢ ਹੈ, ਜੋ 1996 ਸ਼ੁਰੂ ਕੀਤਾ ਸੀ ਤੇ 25 ਸਾਲ ਹੋ ਗਏ। ਹੁਣ 8 ਅਗਸਤ ਨੂੰ ਅਸੀਂ ਅੰਮ੍ਰਿਤਸਰ ਸੈਮੀਨਾਰ ਕੀਤਾ। ਪਰ ਮੈਂ ਇਸ ਵਾਰ ਮੈਂ ਕੀ ਕਰਨਾ ਕਿ ਇੱਕ ਸੈਮੀਨਾਰ ਅਸੀਂ ਜਲੰਧਰ ਕਰੀਏ, ਜਿਹਦੇ 'ਚ ਅਸੀਂ ਇਹ ਮਤਾ ਪਾਸ ਕਰੀਏ ਕਿ ਦੋਨੇ ਸਰਕਾਰਾਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਜਿਹੜੇ ਲੋਕਾਂ ਦਾ ਪਿਛੋਕੜ ਪਾਕਿਸਤਾਨ ਨਾਲ ਜਾਂ ਪਾਕਿਸਤਾਨ ਦੇ ਜਿਹਨਾਂ ਲੋਕਾਂ ਦਾ ਪਿਛੋਕੜ ਹਿੰਦੁਸਤਾਨ ਨਾਲ ਜੁੜਿਆ ਹੋਇਆ, ਜਿਹਨਾਂ ਨੇ ਇੱਕ ਪਾਸੇ ਤੋਂ ਦੂਜੇ ਪਾਸੇ ਗਏ ਆ, ਉਹਨਾਂ ਦੇ ਜੇ ਉਹ ਜਿਉਂਦੇ ਆ ਲੋਕ, ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਆਸਾਨੀ ਨਾਲ ਵੀਜ਼ੇ ਦੇ ਕੇ ਇਹ ਆਉਣ ਜਾਣ ਦਾ ਮੌਕਾ ਜਿਹੜਾ ਇਸ ਸਾਲ ਵਿੱਚ ਦਿੱਤਾ ਜਾਏ। ਇਹਦੇ ਨਾਲ ਦੋਨਾਂ ਦੇਸ਼ਾਂ ਦੇ ਸੰਬੰਧ ਸੁਧਾਰਨ 'ਚ ਵੱਡੀ ਮਦਦ ਮਿਲੇਗੀ। ਇਸ ਤਰ੍ਹਾਂ ਦਾ ਮੈਂ ਚਾਹਨਾ ਕਿ ਅਸੀਂ ਆਵਾਜ਼ ਬੁਲੰਦ ਕਰੀਏ। ਵੈਰੀ ਗੁੱਡ ਸਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਮੈਂ ਖਾਸ ਤੌਰ ਦੇ ਉੱਤੇ ਸਾਡੀ ਪੂਰੀ ਟੀਮ ਦੇ ਵੱਲੋਂ ਮੈਂ ਜਿਵੇਂ ਗੱਲ ਕੀਤੀ ਹੈ ਕਿ ਇਹ ਜਿਹੜਾ ਸਿਰਫ ਇੱਕ ਗੀਤ ਨਹੀਂ, ਇੱਕ ਅਹਿਸਾਸ ਹੋਏਗਾ, ਇੱਕ ਉਹ ਤਜਰਬਾ ਹੋਏਗਾ, ਇੱਕ ਉਹ ਜਿਹੜੀ ਪੀੜ ਹੋਏਗੀ, ਇੱਕ ਉਹ ਦਰਦ ਹੋਏਗਾ ਜਿਹੜਾ ਆਪਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਲੋਕਾਂ ਨੇ ਹੰਢਾਇਆ ਹੋਇਆ ਉਹਨਾਂ ਦੇ ਲਈ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਥੋੜ੍ਹਾ ਜਿਹਾ ਸਕੂਨ ਦੇਣ ਦੇ ਲਈ ਜਾਂ ਉਹਨਾਂ ਨੂੰ ਉਹ ਯਾਦ ਦੁਬਾਰਾ ਤਾਜ਼ੀ ਕਰਨ ਦੇ ਲਈ ਅਸੀਂ ਇਸ ਗੀਤ ਦੇ ਵਿੱਚ, ਜਿਵੇਂ ਤੁਸੀਂ ਆਲਰੇਡੀ ਲਿਖਿਆ ਵੀ ਹੋਇਆ ਸ਼ੁਰੂ ਦੇ ਵਿੱਚ, ਕਿ ਜਿਹੜੇ ਲੋਕ ਆਪਣੀਆਂ ਜਾਨਾਂ ਜਿਨ੍ਹਾਂ ਦੀਆਂ ਗਵਾ ਗਏ, ਸੋ ਭਾਰਤ ਤੇ ਪਾਕਿਸਤਾਨ ਦੀ ਵੰਡ ਦੇ ਸਮੇਂ ਮਾਰੇ ਗਏ 10 ਲੱਖ ਲੋਕਾਂ ਦੇ ਲਈ, 10 ਲੱਖ ਤੋਂ ਵੱਧ ਲੋਕਾਂ ਲਈ ਇਹ ਸਮਰਪਿਤ ਕੀਤਾ ਤੁਸੀਂ ਗੀਤ। ਉਹਨਾਂ ਨੂੰ ਸੱਚਮੁੱਚ ਇੱਕ ਸੱਚੀ ਸ਼ਰਧਾਂਜਲੀ ਹੋਏਗੀ। ਸੋ ਆਪਣੇ ਨਾਲ 1-2 ਕਾਲਰ ਵੀ ਨੇ, ਸੋ ਮੈਂ ਬੇਨਤੀ ਕਰਦਾ ਜੀ ਹੁਣ ਹੋਰ ਕਾਲਸ ਨਹੀਂ ਲਵਾਂਗੇ ਆਪਾਂ, ਕੁਛ ਨਹੀਂ, ਇਹੀ 2 ਕਾਲਸ ਲੈ ਕੇ ਤੇ ਫਿਰ ਅਰੋੜਾ ਸਾਹਿਬ, ਯਕੂਬ ਤੇ ਮਾਨਕ ਸਾਹਿਬ ਤੋਂ ਆਪਾਂ ਇਜਾਜ਼ਤ ਲੈ ਲੈਂਦੇ ਤੇ ਫਿਰ ਗੀਤ ਵੀ ਆਪਾਂ ਸਾਂਝਾ ਕਰਦੇ ਹਾਂ। ਇੱਕ ਕਾਲ ਲੈ ਲੈਂਦੇ ਜੀ, ਔਰ ਬਰੀਫ ਰੱਖਦੇ ਹੋਏ ਆਪਾਂ ਇਹ ਦੋਨੋਂ ਕਾਲਸ ਲੈਂਦੇ ਜੀ। ਹਾਂਜੀ ਜੀ, ਸਿੱਧੂ ਜੀ ਤੁਸੀਂ ਆਨ 에ਅਰ ਹੋ ਜੀ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਕਾਲ ਤੇ ਹਾਂ ਜੀ। ਹਾਂਜੀ ਤੁਸੀਂ ਆਨ 에ਅਰ ਹੋ। ਹਾਂਜੀ, ਮੈਂ ਤਾਂ ਨਾ ਜਿੰਦਰ ਜੀ ਇੱਕ ਗੱਲ ਰਹਿ ਗਈ ਸੀ ਕਰਨ ਵਾਲੀ, ਮਾਨਕ ਸਾਹਿਬ ਦੀ ਉਹੀ ਗੱਲ ਕਰੀ ਜੀ ਵੀ ਲੋਕਾਂ ਨੂੰ ਮਿਲਣ ਦਾ ਨਾ ਮੌਕਾ ਦੇਣਾ ਚਾਹੀਦਾ ਜੀ, ਜਿਹੜੇ ਆਪਦੇ ਪਿੰਡਾਂ ਤੋਂ ਵਿਛੜ ਗਏ ਜੀ। ਹਾਂਜੀ, ਤੇ ਸਾਨੂੰ ਮੈਂ ਆਪਦੇ ਪਿੰਡ ਦੀ ਗੱਲ ਦੱਸਦੇ, ਮੇਰੇ ਪਿੰਡ ਨਾ ਜਲਾਹਿਆਂ ਦੀ ਕੁੜੀ ਸੀਗੀ ਜੀ, ਉਸ ਟਾਈਮ ਉਹਦਾ ਪਰਿਵਾਰ ਵੀ ਮਾਰਤਾ ਸੀਗਾ ਜੀ। ਜਿਵੇਂ ਕਹਿੰਦੇ ਫਿਰਕੂ ਲੋਕਾਂ ਨੇ ਜੀ, ਭੈਣ ਭਰਾ ਮਾਂ, ਉਹ ਕੱਲੀ ਕਿਵੇਂ ਬਚ ਬੁੱਝ ਕੇ ਪਾਕਿਸਤਾਨ ਵਗ ਗਈ ਜੀ। ਪਾਕਿਸਤਾਨ ਤੋਂ ਪਰਿਵਾਰ ਇੱਧਰ ਵੀ ਆ ਗਿਆ, ਇੱਥੇ ਅਸੀਂ ਲੱਭੇ ਜੀ। ਚੱਲ ਉਹਨੇ ਸਾਨੂੰ ਲੱਭਿਆ ਜਾਂਦੀ, ਅਸੀਂ ਨਹੀਂ ਲੱਭਿਆ ਜੀ। ਵੀ ਮੇਰੇ ਪਿੰਡ ਦੇ ਜੀ ਕਈ ਸਾਲਾਂ ਦੀ ਗੱਲ ਹੈ ਜੀ, ਮੇਰੀ ਮਾਤ ਸਾਥੋਂ ਨੇ ਮੰਗ ਰੱਖੀ, ਕਹਿੰਦੀ ਵੀ ਮੈਨੂੰ ਨਾ ਮੇਰੇ ਪਿੰਡੋਂ ਸੂਟ ਲਿਆ ਦਿਓ। ਅਸੀਂ ਕਿਹਾ ਵੀ ਕੀ ਕਰਨਾ ਨਾ, ਜਦੋਂ ਫੋਨ ਤੇ ਗੱਲ ਹੋਈ ਹੌਲੀ ਹੌਲੀ ਲੱਭਿਆ ਜੀ ਉਹਨਾਂ ਨੇ। ਕਹਿੰਦੀ ਵੀ ਮੇਰੇ ਮਰੇ ਤੇ ਮੇਰੇ ਪਿੰਡ ਦਾ ਸੂਟ ਪਵੇ ਜੀ, ਇੰਨਾ ਪਿੰਡ ਦਾ ਮੋਹ ਹੁੰਦਾ ਹੈ ਨਾ ਜੀ। ਜਿਹਨੇ ਜੰਦੀ ਪਰਿਵਾਰ ਦਾ ਬਾਈ ਜੀ ਸਾਰਾ ਪਰਿਵਾਰ ਖੋਲਿਆ ਉਸ ਪਿੰਡ ਦੇ ਸਾਡੇ ਦੇ ਫਿਰਕੂ ਲੋਕਾਂ ਨੇ, ਪਰ ਉਹਨੇ ਆਪਦੇ ਪਿੰਡ ਦਾ, ਹਾਲਾਂਕਿ ਇੱਥੇ ਕਰੋੜਾਂਪਤੀ ਬੰਦੇ ਸੀਗੇ ਜੀ। ਕਹਿੰਦੀ ਮੈਨੂੰ, ਮੇਰੀ ਮਾਤਾ ਨੂੰ ਕਹਿੰਦੀ ਜੀ ਮੈਨੂੰ ਸੂਟ ਲਿਆ ਦਿਓ, ਹੋਰ ਤਾਂ ਨਹੀਂ ਮੈਂ ਕੁਛ ਲੈਣਾ। ਤੇ ਅਸੀਂ ਵੀ ਕੀ ਕਰਾਂਗੇ ਭੂਆ, ਕਹਿੰਦੀ ਵੀ ਮੇਰੇ ਮਰੇ ਤੇ ਕੱਫਣ ਪਿੰਡ ਦਾ ਪੈ ਜੇ ਜੀ।
ਤੇ ਬਹੁਤ ਬਹੁਤ ਜਜ਼ਬਾਤੀ ਗੱਲ ਕੀਤੀ ਹੈ ਜੀ, ਬੜੀ ਮਿਹਰਬਾਨੀ ਵੀਰ, ਥੈਂਕ ਯੂ। ਤੁਸੀਂ ਆਪਣਾ ਜੀ ਉਹਦੀ ਗੱਲ ਸੁਣ ਕੇ ਨਾ ਅੱਖਾਂ ਭਰਿਆ ਹੋਣਾ। ਹਾਂਜੀ ਹਾਂਜੀ, ਨਹੀਂ ਸੱਚਮੁੱਚ ਸਰ ਮੈਂ ਇਹੀ ਗੱਲ ਕਰ ਰਿਹਾ ਵੀ ਅਸੀਂ ਤਾਂ ਗੱਲਾਂ ਕਰਕੇ ਇੱਥੇ ਇੰਨਾ ਭਾਵੁਕ ਹੋ ਰਹੇ ਹਾਂ। ਹਾਂਜੀ, ਤੇ ਉਹਦੇ ਭੈਣ ਭਰਾ ਉਹਨੇ ਪਰ ਪਿੰਡ ਦਾ ਫੇਰ ਵੀ ਨਹੀਂ ਸੀ ਧਰਮ ਦੇ ਨਾਂ ਤੇ। ਹਾਂਜੀ, ਸਿੱਖ ਵੀ ਸੀ ਕੱਟੜਪੰਥੀ। ਹਾਂਜੀ, ਥੈਂਕ ਯੂ, ਮਿਹਰਬਾਨੀ ਵੀਰੇ, ਮਿਹਰਬਾਨੀ, ਬਹੁਤ ਮਿਹਰਬਾਨੀ। ਲਾਸਟ ਕਾਲ ਲੈ ਕੇ ਤੇ ਫਿਰ ਆਪਾਂ ਸਮਾਪਤ ਕਰਦੇ ਹਾਂ ਗੱਲਬਾਤ। ਹਾਂਜੀ ਸੁਖਬੀਰ ਜੀ ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ ਆਪਣਾ ਗਿਲ ਸਾਹਿਬ ਤੇ ਅਰੋੜਾ ਜੀ, ਯਾਕੂਬ ਜੀ, ਮਾਨਕ ਸਾਹਿਬ ਤੇ ਗੁਰਸ਼ੀਨ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਬਹੁਤ ਸੋਹਣਾ ਭਾਜੀ ਤੁਸੀਂ ਆ ਵਿਸ਼ਾ ਟੱਚ ਕੀਤਾ ਤੇ ਮੈਂ ਬੜਾ ਸ਼ਾਰਟ ਹੀ ਤੁਹਾਨੂੰ ਦੱਸ ਦਿੰਦਾ, ਟਾਈਮ ਬੜਾ ਕੀਮਤੀ ਆ। ਤੇ ਮੇਰੇ ਜਿਹੜੇ ਦਾਦੀ ਜੀ ਉਹ ਮਤਲਬ ਉੱਥੋਂ ਪਾਕਿਸਤਾਨ ਤੋਂ ਆਏ ਸੀਗੇ ਤੇ ਉਹ ਹੁਣ 95 ਈਅਰ ਓਲਡ ਨੇ। ਤੇ ਮਾਨਕ ਸਾਹਿਬ ਦੀ ਮੈਨੂੰ ਗੱਲ ਬਹੁਤ ਵਧੀਆ ਲੱਗੀ ਵੀ ਜਿਹੜਾ ਇੱਕ ਇਹੋ ਜਿਹਾ ਮੰਚ ਬਣਾਉਣਾ ਜਾਂ ਜਿੱਥੇ ਪਲੇਟਫਾਰਮ ਵੀ ਉਹਨਾਂ ਨੂੰ ਵੀਜ਼ਾ ਜਿਹੜਾ ਉਹ ਛੇਤੀ ਮਿਲ ਸਕੇ, ਇਹ ਗੱਲ ਦੇ ਵਾਕਈ ਮਤਲਬ ਬਹੁਤ ਵਧੀਆ ਲੱਗੀ। ਵੀ ਮੈਂ ਚਾਹੁੰਦਾ ਵੀ ਮਤਲਬ ਕਿਉਂਕਿ ਹੁਣ ਏਜ ਬਹੁਤ ਮਤਲਬ ਜ਼ਿਆਦਾ ਹੋ ਚੁੱਕੀ ਆ ਤੇ ਮੈਂ ਚਾਹੁੰਦਾ ਵੀ ਜਿਉਂਦੇ ਜੀ ਮਤਲਬ ਮੈਂ ਆਪਣੀ ਗ੍ਰੈਂਡ ਮਦਰ ਨੂੰ ਉਹਨਾਂ ਦੀ ਜਨਮ ਭੂਮੀ ਦੇ ਦਰਸ਼ਨ ਕਰਾ ਸਕਾਂ। ਮਤਲਬ ਮੈਨੂੰ ਮੇਰੀ ਬੜੀ ਦਿਲੀ ਤਮੰਨਾ ਜੇ ਕਿਤੇ ਪੂਰੀ ਹੋ ਜਾਏ ਤਾਂ ਬਹੁਤ ਵਧੀਆ ਗੱਲ ਆ ਜੀ। ਬਹੁਤ ਵਧੀਆ, ਮਿਹਰਬਾਨੀ ਵੀਰੇ, ਥੈਂਕ ਯੂ ਸੋ ਮਚ। ਮੈਂ ਸੱਚੀ ਇਹੀ ਤਾਂ ਹੀ ਮੈਂ ਗੱਲ ਕਰ ਰਿਹਾ ਸੀ ਵੀ ਹੋ ਸਕਦਾ ਜਿਹੜੇ ਲੋਕਾਂ ਨੇ ਬਿਲਕੁਲ ਵੀ ਜਿਨ੍ਹਾਂ ਨੂੰ ਕੋਈ ਇੱਦਾਂ ਦਾ ਐਕਸਪੀਰੀਅੰਸ ਨਹੀਂ ਰਿਹਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਦਾ ਨਹੀਂ ਅਹਿਸਾਸ, ਉਹ ਬੰਦੇ ਸਿਰਫ ਗੱਲਾਂ ਕਰ ਸਕਦੇ ਨੇ। ਉਹ ਹੋ ਸਕਦਾ ਅਸੀਂ ਇਹ ਗੀਤ ਇੱਦਾਂ ਦਾ ਸਾਂਝਾ ਕਰ ਦਈਏ ਜਾਂ ਮਾਨਕ ਸਾਹਿਬ ਤੋਂ ਸੁਣ ਲਈਏ ਜਾਂ ਕਿਸੇ ਹੋਰ ਤੋਂ ਸੁਣ ਲਈਏ, ਪਰ ਤੁਸੀਂ ਪੁੱਛਿਆ ਜਾਣੋ ਜਿਹੜੇ ਲੋਕਾਂ ਨੇ ਸੱਚਮੁੱਚ ਹੰਢਾਇਆ ਹੋਏਗਾ, ਜਿਹੜੇ ਅੱਜ ਵੀ ਹੋਣਗੇ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਇਸ ਗੱਲ ਦੇ ਲਈ ਤੜਫਦੇ ਹੀ ਇਸ ਦੁਨੀਆ ਤੋਂ ਚਲੇ ਗਏ ਕਿ ਉਹ ਆਖਰੀ ਪਲ ਜਿਹੜੇ ਨੇ ਆਪਣੇ ਜੱਦੀ ਪੁਸ਼ਤੀ ਪਿੰਡਾਂ ਦੇ ਵਿੱਚ ਸੇਮ ਤਰੀਕੇ ਨਾਲ ਪਾਕਿਸਤਾਨ 'ਚ ਤੇ ਪਾਕਿਸਤਾਨ ਵਾਲੇ ਇੱਧਰ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਆਪਣੇ ਪਿੰਡਾਂ ਦੇ ਨਾਲ ਆਪਣੇ ਘਰਾਂ ਦੇ ਨਾਲ ਜੁੜਨ ਤੋਂ ਤੜਫਦੇ ਰਹੇ ਹੋਣਗੇ। ਕਿਉਂਕਿ ਆਪਾਂ ਸੁਣ ਕੇ ਇੰਨਾ ਮਹਿਸੂਸ ਕਰਦੇ ਹਾਂ, ਇਮੋਸ਼ਨ ਹੋ ਜਾਂਦੇ ਆ। ਜਿਨ੍ਹਾਂ ਨੇ ਵਾਕਈ ਮਤਲਬ ਹੰਢਾਈ ਹੋ ਗਈ ਉਹਨਾਂ ਵਾਸਤੇ ਤਾਂ ਮਤਲਬ ਕਿੰਨਾ ਕੁ ਦੇਖੋ ਰੌਂਗਟੇ। ਬਿਲਕੁਲ, ਬਹੁਤ ਮਿਹਰਬਾਨੀ ਵੀਰੇ, ਥੈਂਕ ਯੂ ਸੋ ਮਚ ਜੀ। ਸੋ ਦੋਸਤੋ ਮੈਂ ਬੇਨਤੀ ਕਰਦਾ ਜੀ ਹੋਰ ਕਾਲ ਨਹੀਂ ਹੁਣ ਲੈ ਸਕਾਂਗੇ, ਕੁਛ ਲਾਸਟ ਕਾਲ ਲੈ ਲੈਂਦੇ ਆਪਾਂ ਫਿਰ ਜਿਹੜੀ ਇੱਕ ਕਾਲ ਹੈਗੀ ਹੈ, ਪਰ ਹੋਰ ਕਾਲ ਨਾ ਲਈਏ ਆਪਾਂ। ਹਾਂਜੀ ਠੀਕ ਹੈ, ਲਾਸਟ ਕਾਲ ਦੇਖੋ। ਸੁਧੀਰ ਜੀ ਤੁਸੀਂ ਆਉਣੇ ਹੋ। हेलो, हाँ जी, नमस्कार जी। नमस्कार जी सर। हैप्पी फ्राइडे गिल साहब, जय हिंद। सर जी एक हिंदी सॉन्ग प्ले कर रही हो। खुदा हर फैसला तेरा मुझे मंजूर है। ठीक है जी, ਠੀਕ ਹੈ ਵੀਰੇ, ਬਹੁਤ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ। ਤੇ ਆਪਾਂ ਹੁਣ ਅਰੋੜਾ ਸਾਹਿਬ ਤੁਹਾਡੇ ਕੋਲੋਂ ਕਲੋਜ਼ਿੰਗ ਰਿਮਾਰਕ ਲੈਂਦੇ ਹਾਂ, ਫਿਰ ਆਪਾਂ ਯਾਕੂਬ ਹੋਰਾਂ ਨਾਲ ਤੇ ਮਾਨਕ ਸਾਹਿਬ ਤੋਂ ਫਿਰ ਸਮਾਪਤ ਕਰਵਾਉਂਦੇ ਅੱਜ ਦੀ ਗੱਲਬਾਤ। ਜੀ ਅਰੋੜਾ ਸਾਹਿਬ। ਜੀ ਹਰਜਿੰਦਰ ਜੀ, ਮੈਂ ਸਿਰਫ ਇੰਨੀ ਹੀ ਗੱਲ ਕਹਿਣਾ ਚਾਹਾਂਗਾ, ਲੋਕਾਂ ਦੀ ਦਿਲਾਂ ਦੀ ਸਾਂਝ ਨਾ ਪਹਿਲਾਂ ਕਦੀ ਗਈ ਸੀ ਨਾ ਜਾਏਗੀ। ਇਹ ਵਕਤ ਆ ਗਿਆ ਹੈ ਕਿ ਹੁਣ ਜਿਵੇਂ ਅਸੀਂ ਸਰਹੱਦਾਂ ਖੋਲ੍ਹਣ ਦੀ ਗੱਲ ਕਰਦੇ ਹਾਂ, ਥੋੜ੍ਹਾ ਜਿਹਾ ਲੋਕਾਂ ਨੂੰ ਰਾਹ ਦਿਓ। ਉਹ ਜਨਰੇਸ਼ਨ 'ਚ ਇਹਨਾਂ ਨੇ ਆਪਣੀ ਅੱਖੀਂ ਵੇਖਿਆ ਇਹ ਸਾਰਾ ਕੁਛ ਹੁੰਦਾ ਹੋਇਆ, ਉਹ ਜਨਰੇਸ਼ਨ ਤਾਂ ਆਲਮੋਸਟ ਖਤਮ ਹੋ ਚੁੱਕੀਆਂ ਨੇ। ਉਹ ਜਿਹੜਿਆਂ ਦੇ ਉਮਰ 10, 12, 13 ਸਾਲ ਦੀ ਸੀ, 15 ਸਾਲ ਦੀ ਸੀ, ਉਹ ਲੋਕ ਜਾ ਰਹੇ ਨੇ। ਉਹ ਉਸ ਤੋਂ ਬਾਅਦ ਦੀ ਵਾਲੀ ਜਿਹੜੀ ਜਨਰੇਸ਼ਨ, ਜਿਹੜੀ ਤੁਹਾਡੀ ਮੇਰੀ ਜਨਰੇਸ਼ਨ, ਥੋੜ੍ਹੇ ਲੋਕ ਹੋਣਗੇ ਜਿਨ੍ਹਾਂ ਕੋਲ ਦਰਦ ਹੋਏਗਾ, ਤਕਲੀਫ ਹੋਏਗੀ, ਜਿਹੜੇ ਜਾਣ ਦੀ ਗੱਲ ਕਰਨਗੇ। ਸੋ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ। ਮੈਂ ਅੱਜ ਵੀ ਮੈਂ ਇੰਸੀਡੈਂਟਲੀ ਇਸ ਕਰਕੇ ਜ਼ਿਕਰ ਕਰ ਲੈਣਾ ਚਾਹੁੰਦਾ ਕਿਉਂਕਿ ਇਸ ਨਾਲ ਜੁੜਦੀ ਗੱਲ ਹੈ। ਅਸੀਂ ਅਗਲੇ ਹਫ਼ਤੇ ਇੱਕ ਡਰਾਮਾ ਖੇਡ ਰਹੇ ਹਾਂ, ਟੋਬਾ ਟੇਕ ਸਿੰਘ ਸਾਦਤ ਹਸਨ ਮੰਟੋ ਦੀ ਕਹਾਣੀ ਤੇ ਹੈ, ਜਿਸ ਵਿੱਚ ਪਾਗਲਾਂ ਦੇ ਤਬਾਦਲੇ ਦੀ ਗੱਲ ਹੋ ਰਹੀ। ਜਦੋਂ ਮੁਲਕ ਵੰਡਿਆ ਗਿਆ ਉਦੋਂ ਸਿਰਫ ਨਾ ਸਿਰਫ ਬਾਕੀ ਲੋਕ ਤਬਾਦਲਾ ਹੋਏ, ਜਿਹੜੇ ਪਾਗਲਖਾਨੇ 'ਚ ਪਾਗਲ ਸੀ ਉਹਨਾਂ ਨੂੰ, ਕੈਦੀਆਂ ਨੂੰ ਵੀ ਇੱਧਰ ਉੱਧਰ ਭੇਜਿਆ ਗਿਆ। ਉਸ ਤੇ ਵੀ ਅਸੀਂ ਇਸ ਵਿਸ਼ੇ ਤੇ ਅੱਜ ਵੀ ਅਸੀਂ ਡਰਾਮਾ ਖੇਡ ਰਹੇ ਇੰਨੇ ਸਾਲਾਂ ਮਗਰੋਂ। ਸੋ ਮੇਰੇ ਖਿਆਲ ਲੋਕਾਂ ਨੂੰ ਲੋੜ ਹੈ ਕਿ ਇਸ ਗੱਲ ਨੂੰ ਸਮਝਣ ਤੇ ਲੋਕਾਂ ਨਾਲ ਇੱਕ ਦੂਜੇ ਦਿਲਾਂ ਦੀ ਸਾਂਝ ਨੂੰ ਹੋਰ ਵਧਾਉਣ। ਜੀ ਸਰ, ਬਹੁਤ ਮਿਹਰਬਾਨੀ ਅਰੋੜਾ ਸਾਹਿਬ, ਤੁਹਾਡਾ ਵੀ ਧੰਨਵਾਦ। ਔਰ ਤੁਸੀਂ ਸਾਡੀ ਇਸ ਗੱਲਬਾਤ ਦੇ ਲਈ ਇੱਕ ਤਰ੍ਹਾਂ ਨਾਲ ਰੂਹ ਦਾ ਕੰਮ ਵੀ ਕੀਤਾ, ਕਿਉਂਕਿ ਤੁਸੀਂ ਖੁਦ ਹੰਢਾਇਆ ਉਹ ਪਲ ਜਿਹੜੇ ਕਿਸੇ ਨਾ ਕਿਸੇ ਰੂਪ 'ਚ ਇਸ ਗੀਤ ਦੇ ਵਿੱਚ ਮਾਨਕ ਸਾਹਿਬ ਨੇ ਲਿਖਣ ਦੀ ਕੋਸ਼ਿਸ਼ ਕੀਤੀ ਤੇ ਯਾਕੂਬ ਨੇ ਗਾਉਣ ਦੀ ਕੋਸ਼ਿਸ਼ ਕੀਤੀ ਹੈ। ਮਿਹਰਬਾਨੀ ਸਰ, ਥੈਂਕ ਯੂ, ਧੰਨਵਾਦ ਤੁਹਾਡਾ। ਤੇ ਹੁਣ ਯਾਕੂਬ ਹੋਰਾਂ ਦੇ ਕੋਲੋਂ ਕਲੋਜ਼ਿੰਗ ਰਿਮਾਰਕਸ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਮਾਨਕ ਸਾਹਿਬ। ਹਾਂਜੀ ਯਾਕੂਬ, ਅਖੀਰ ਦੇ ਵਿੱਚ ਕੀ ਕਹੋਗੇ ਤੁਸੀਂ? ਮੈਂ ਗਿਲ ਸਾਹਿਬ, ਜਿਵੇਂ ਮਾਨਕ ਸਾਹਿਬ ਨੇ ਕਿਹਾ, ਪਹਿਲਾਂ ਤੇ ਤੁਹਾਡਾ ਵੱਡਾ ਥੈਂਕਸ ਇਹ ਬਣਦਾ ਹੈ ਕਿ ਤੁਸੀਂ ਅਰੋੜਾ ਸਾਹਿਬ ਨੂੰ ਸਾਡੇ ਨਾਲ ਟੀਮ ਦਾ ਹਿੱਸਾ ਬਣਾਇਆ। ਔਰ ਮੈਨੂੰ ਵੀ ਹੁਣ ਪਤਾ ਲੱਗੀ ਇਹ ਗੱਲ ਕਿ ਉੱਧਰੋਂ ਜਾ ਕੇ ਆਏ ਔਰ ਗਾਣੇ ਦੀ ਕਲਿੱਪ ਦੇ ਵਿੱਚ ਹੈਗੇ ਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨਾਲ ਗੱਲ ਕਰਕੇ, ਉਹਨਾਂ ਦੀਆਂ ਗੱਲਾਂ ਵਿਚਾਰ ਸੁਣ ਕੇ ਬੜਾ ਚੰਗਾ ਲੱਗ ਰਿਹਾ। ਔਰ ਦੂਸਰੀ ਚੀਜ਼ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੋ ਅਰੋੜਾ ਸਾਹਿਬ ਨੇ ਕਿਹਾ, ਜੋ ਮਾਨਕ ਸਾਹਿਬ ਦੇ ਮਨ ਦੀ ਮਨਸ਼ਾ ਹੈ, ਜੋ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਲਿਰਿਕਸ ਲਿਖਿਆ ਗਿਆ ਜਾਂ ਗਾਇਆ ਗਿਆ, ਇਹਦਾ ਵੀਡੀਓ ਜਿਸ ਤਰੀਕੇ ਨਾਲ ਵੀ ਬਣ ਗਿਆ ਹੈ ਨਾ ਜੀ, ਕਿ ਬਹਾਨੇ ਬਣਦੇ ਆ ਜਦੋਂ ਕੁਦਰਤ ਨੇ ਕੋਈ ਕੰਮ ਕਰਵਾਉਣਾ ਹੋਵੇ। ਤੇ ਮੈਨੂੰ ਤਾਂ ਏਦਾਂ ਲੱਗਦਾ ਹੈ ਹੈ ਨਾ ਜੀ ਕਿ ਚਲੋ ਮੈਂ ਸ਼ੁਕਰਗੁਜ਼ਾਰ ਹਾਂ ਸਭ ਦਾ ਕਿ ਮੈਨੂੰ
ਆਵਾਜ਼ ਇਹਨਾਂ ਸ਼ਬਦਾਂ ਨੂੰ ਆਵਾਜ਼ ਦੇਣ ਦਾ ਮੌਕਾ ਮਿਲਿਆ। ਤੇ ਇਹ ਵੀ ਅਰਦਾਸ ਕਰਦਾ ਹੈ ਕਿ ਪਰਮਾਤਮਾ ਕਰੇ ਕਿ ਇਹ ਜਿਹੜਾ ਗਾਣਾ ਆ ਇੱਕ ਇਤਿਹਾਸਿਕ ਦਸਤਾਵੇਜ਼ ਬਣ ਜਾਵੇ, ਤੇ ਕਿਤੇ ਨਾ ਕਿਤੇ ਜੋ ਮਾਣਕ ਸਾਹਿਬ ਦੇ ਮਨ ਦੀ ਮਨਸ਼ਾ ਆ ਕਿ ਉੱਧਰ ਤੇ ਇੱਧਰ ਦੇ ਲੋਕਾਂ ਨੂੰ ਜਿਹੜੀ ਸਾਡੀਆਂ ਗੌਰਮੈਂਟਸ ਨੇ ਉਹ ਅਲਾਓ ਕਰ ਦੇਣ ਕਿ ਆਪਣੇ ਆਪਣੇ ਘਰਾਂ 'ਚ ਪਹੁੰਚ ਜਾਣ, ਤੇ ਇਹ ਗਾਣਾ ਇੰਨਾ ਕੁ ਕੰਮ, ਜ਼ਿਆਦਾ ਨਹੀਂ ਇੰਨਾ ਕੁ ਕੰਮ ਕਰ ਜਾਵੇ ਕਿ ਉਹਨਾਂ ਲੋਕਾਂ ਦੇ ਦਿਲਾਂ ਤੱਕ ਸੁਣ ਕੇ ਇਹ ਦੁਬਾਰਾ ਜਿਹੜੇ ਖਿਆਲਾਤ ਆ ਉਹ ਉੱਭੜਨ ਤੇ ਇਹਨਾਂ ਜੋਸ਼ ਆਵੇ ਕਿ ਉਹ ਆਪਣਾ ਮੁੱਦਾ ਉਠਾ ਸਕਣ। ਵੱਡੀਆਂ ਵੱਡੀਆਂ ਸੰਸਥਾਵਾਂ ਨੂੰ ਮਿਲ ਕੇ ਮੁੱਦਾ ਉਠਾਉਣਾ ਚਾਹੀਦਾ ਹੈ। ਤੇ ਮੰਗ ਸਿਰਫ ਇੰਨੀ ਕੀ ਹੈਗੀ ਹੈ ਕਿ ਲੋਕ ਆਪਣੇ ਘਰਾਂ ਨੂੰ ਵੇਖ ਸਕਣ। ਜੇ ਕਿਸੇ ਦੇ ਹੁਣ ਵੀ ਆਖਰੀ ਟਾਈਮ ਦੇ ਵਿੱਚ ਜੇ ਕਿਸੇ ਦਾ ਕੋਈ ਜਿਉਂਦਾ ਹੈ ਤੇ ਉਹ ਉਹਨੂੰ ਮਿਲ ਸਕੇ, ਆਪਣੀਆਂ ਦਹਲੀਜ਼ਾਂ ਨੂੰ, ਆਪਣੇ ਘਰਾਂ ਨੂੰ ਉਹ ਦੇਖ ਸਕਣ, ਤੇ ਮਰਨ ਤੋਂ ਪਹਿਲਾਂ ਇਹ ਆਨੰਦ ਜਿਹੜਾ ਉਹ, ਇਹ ਸਕੂਨ ਜਿਹੜਾ ਉਹ ਪ੍ਰਾਪਤ ਕਰ ਸਕਣ, ਇਹ ਖੁਸ਼ੀ ਪ੍ਰਾਪਤ ਕਰ ਸਕਣ। ਇਸ ਗਾਣੇ ਦਾ ਜਿਹੜਾ ਵਾ ਮੇਨ ਜਿਹੜਾ ਮਤਲਬ ਹੈਗਾ ਉਹ ਇਹੀ ਆ। ਤੇ ਤੁਹਾਨੂੰ ਦੁਬਾਰਾ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਪਲੀਜ਼ ਵੱਧ ਤੋਂ ਵੱਧ ਇਸ ਗਾਣੇ ਨੂੰ ਪ੍ਰਮੋਟ ਕਰ ਦਿਓ ਲੋਕਾਂ ਤੱਕ, ਤਾਂ ਕਿ ਇਹ ਜਿਹੜੀ ਗੱਲ ਆ ਇਹ ਇੱਕ ਮਸਲਾ ਜਿਹੜਾ ਵੱਡਾ ਬਣ ਕੇ ਜਿਹੜਾ ਸਾਹਮਣੇ ਆ ਸਕੇ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਯਾਕੂਬ। ਮੈਂ ਤੁਹਾਡੇ ਕੋਲੋਂ ਅਖੀਰ ਦੇ ਵਿੱਚ ਮਾਣਕ ਸਾਹਿਬ ਤੋਂ ਬਾਅਦ ਇਹਦੇ ਕੁਝ ਬੋਲ ਵੀ ਗੁਣਗੁਣਾ ਕੇ ਵੀ ਸੁਣਾਂਗੇ ਜ਼ਰੂਰ, ਤੁਸੀਂ ਸਾਨੂੰ ਜ਼ਰੂਰ ਸੁਣਾਇਓ। ਪਹਿਲਾਂ ਮਾਣਕ ਸਾਹਿਬ ਦੇ ਕੋਲੋਂ ਕਲੋਜ਼ਿੰਗ ਰਿਮਾਰਕਸ ਲੈ ਲੈਂਦੇ ਹਾਂ। ਹਾਂਜੀ, ਤੇ ਫਿਰ ਤੁਹਾਡੇ ਤੋਂ ਮੈਂ ਸੁਣਦਾ। ਤੇ ਕੰਡੇ 47 ਵਾਲੇ ਦੋਸਤੋ, ਇਹ ਗੀਤ ਤੁਸੀਂ YouTube ਤੇ ਜਾ ਕੇ ਕੰਡੇ 47 ਵਾਲੇ ਸਰਚ ਕਰ ਸਕਦੇ ਹੋ। ਅਜੀਤ ਵੈਬ TV ਦੇ ਉੱਪਰ ਰਿਲੀਜ਼ ਕੀਤਾ ਗਿਆ। ਅੱਜ ਹੀ ਇਸ ਗੀਤ ਨੂੰ ਰਿਲੀਜ਼ ਕੀਤਾ ਹੈ। ਤੁਸੀਂ ਯਾਕੂਬ ਸਤਨਾਮ ਮਾਣਕ ਸਾਹਿਬ ਲਿਖ ਕੇ ਕੰਡੇ 47 ਵਾਲੇ ਜਦੋਂ ਸਰਚ ਕਰੋਗੇ ਤਾਂ ਬੜੀ ਆਸਾਨੀ ਦੇ ਨਾਲ ਇਹ ਗੀਤ ਤੁਹਾਨੂੰ ਲੱਭ ਜਾਣਾ। ਯਾਕੂਬ ਹੋਰਾਂ ਤੋਂ ਸੁਣਾਂਗੇ, ਪਰ ਉਸ ਤੋਂ ਪਹਿਲਾਂ ਮਾਣਕ ਸਾਹਿਬ ਤੁਸੀਂ ਆਖਰੀ ਆਪਣੇ ਜਿਹੜੇ ਇਸ ਗੀਤ ਨਾਲ ਸੰਬੰਧਿਤ ਜਾਂ ਅੱਜ ਦੀ ਸਾਡੀ ਇਸ ਗੱਲਬਾਤ ਨਾਲ ਸੰਬੰਧਿਤ ਜਿਹੜੇ 30 ਸੈਕਿੰਡ ਦੇ ਵਿੱਚ ਆਪਣੇ ਵਿਚਾਰ ਦੇਣੇ ਚਾਹੋ। ਹਰਜਿੰਦਰ ਜੀ, ਜਿਹੜਾ ਅੱਜ ਹੀ ਗਾਣਾ ਰਿਲੀਜ਼ ਕੀਤਾ ਤੇ ਅੱਜ ਹੀ ਤੁਸੀਂ ਇਹਦੇ ਤੇ ਇੰਨਾ ਖੂਬਸੂਰਤ, ਇੰਨਾ ਸ਼ਾਨਦਾਰ, ਇੰਨਾ ਜਜ਼ਬਾਤੀ ਪ੍ਰੋਗਰਾਮ ਕੀਤਾ, ਮੈਂ ਤੁਹਾਡਾ ਤੇ ਤੁਹਾਡੇ ਰੇਡੀਓ ਦੇ ਦਰਸ਼ਕਾਂ ਦਾ ਧੰਨਵਾਦ ਕਰਦਾ। ਬਾਕੀ ਇਸ ਚਰਚਾ ਚੋਂ ਇਹ ਗੱਲ ਉੱਭਰ ਕੇ ਫਿਰ ਮੇਰੇ ਸਾਹਮਣੇ ਆਈ ਆ, ਮੈਂ ਇਹ ਤੋਂ ਪ੍ਰੇਰਿਤ ਹੋਇਆ ਕਿ ਇਸ ਸਾਲ ਦੇ ਵਿੱਚ ਅਸੀਂ ਹਿੰਦ ਪਾਕ ਦੋਸਤੀ ਮੰਚ ਵੱਲੋਂ ਜਿਹੜਾ ਕਿ ਕੁਲਦੀਪ ਨਈਅਰ ਨੇ ਇਸ ਸੰਸਥਾ ਦੀ ਬੁਨਿਆਦ ਰੱਖੀ ਸੀ, 25 ਸਾਲ ਦਾ ਅਸੀਂ ਸਫ਼ਰ ਤੈਅ ਕਰ ਲਿਆ। ਲਗਾਤਾਰ ਅਸੀਂ ਉੱਥੇ ਮੋਮਬੱਤੀਆਂ ਜਗਾਉਣ ਗਏ, ਅਮਨ ਤੇ ਦੋਸਤੀ ਦਾ ਸੰਦੇਸ਼ ਦਿੱਤਾ। ਪਾਕਿਸਤਾਨ ਤੋਂ ਕਿੰਨੇ ਹੀ ਪਾਰਲੀਮੈਂਟ ਮੈਂਬਰ, ਸਿਆਸਤਦਾਨ ਸਾਡੇ ਮੰਚਾਂ ਤੇ ਆਏ। ਇਸੇ ਤਰ੍ਹਾਂ ਸਾਡੇ ਵੱਲੋਂ ਬਹੁਤ ਸਾਰੇ ਡੈਲੀਗੇਸ਼ਨ ਪਾਕਿਸਤਾਨ ਭੇਜੇ ਗਏ। ਉਹ ਉਸ ਚੀਜ਼ ਨੂੰ ਅੱਗੇ ਵਧਾਉਂਦੇ ਆ। ਇਸ ਸਾਲ ਮੈਂ ਸੋਚ ਰਿਹਾ ਕਿ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਮੈਂ ਪੱਤਰ ਲਿਖਾਂ ਤੇ ਉਹਨਾਂ ਨੂੰ ਕਹਾਂ ਕਿ ਤੁਸੀਂ ਇੱਥੇ ਹਰ ਇੱਕ ਨੇ ਇੱਥੇ ਪੱਕੇ ਤੌਰ ਤੇ ਕਿਸੇ ਨਹੀਂ ਰਹਿਣਾ। ਫਰੀਦ ਸਾਹਿਬ ਨੇ ਤਾਂ ਕਿਹਾ ਹੀ ਸੀਗਾ, ਜਿਸ ਆਸਨ ਹਮ ਬੈਠੇ ਕਿਤੇ ਬੈਠ ਗਏ ਤੇ ਇੱਥੇ ਹਕੂਮਤਾਂ ਨਹੀਂ ਰਹਿਣੀਆਂ, ਤੁਸੀਂ ਬੈਠੇ ਨਹੀਂ ਰਹਿਣਾ। ਤੇ ਇੱਕ ਇਸ ਖਿੱਤੇ ਦਾ ਬਹੁਤ ਵੱਡਾ ਦੁਖਾਂਤ ਹੈ ਤੇ ਲੋਕਾਂ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਜਿਹੜੇ ਇਹ ਆਪਣੇ ਪਿੰਡ, ਆਪਣੇ ਸ਼ਹਿਰ ਜਿਹੜਾ ਮੁੜ ਕੇ ਦੇਖਣ ਦਾ ਇੱਕ ਮੌਕਾ ਦਿਓ। ਇਹਦੇ ਨਾਲ ਦੋਨਾਂ ਦੇਸ਼ਾਂ ਦੇ ਸੰਬੰਧ ਸੁਧਾਰਨ 'ਚ ਬਹੁਤ ਵੱਡੀ ਮਦਦ ਮਿਲੇਗੀ, ਕੜੱਤਣ ਘਟੇਗੀ, ਦੂਰੀ ਘਟੇਗੀ ਤੇ ਤੁਹਾਡਾ ਇਤਿਹਾਸ ਵਿੱਚ ਨਾਂ ਦਰਜ ਹੋ ਜਾਏਗਾ ਕਿ ਤੁਸੀਂ ਲੋਕਾਂ ਨੂੰ ਜਿਹੜਾ ਇੱਕ ਮੌਕਾ ਦਿੱਤਾ, ਉਹਨਾਂ ਨੂੰ ਵਾਪਸ ਆਪਣੇ ਘਰ ਤੇ ਪਿੰਡ ਸ਼ਹਿਰ ਦੇਖਣ ਦਾ, ਆਪਣੇ ਆਂਢੀਆਂ ਗੁਆਂਢੀਆਂ ਨੂੰ ਮਿਲਣ ਦਾ। ਤੇ ਜਿਹੜੇ ਲੋਕ ਜਿੰਨੇ ਕੁ ਜਿਉਂਦੇ ਆ ਉਹ ਜਾ ਸਕਣਗੇ ਤੇ ਜਿਨ੍ਹਾਂ ਦਾ ਪਿਛੋਕੜ ਜਿਹੜਾ ਦੋਨਾਂ ਦੇਸ਼ਾਂ ਨਾਲ ਜੁੜਿਆ ਹੋਇਆ ਉਹਨਾਂ ਦੀਆਂ ਔਲਾਦਾਂ ਜਿਹੜੀਆਂ ਉਹ ਅੱਗੇ ਜਾ ਸਕਣਗੀਆਂ। ਇਸ ਮੁੱਦੇ ਤੇ ਮੈਂ ਕੰਮ ਕਰਨਾ ਚਾਹਨਾ ਤੇ ਉਹ ਹੋ ਸਕਦਾ ਇਹ ਗੀਤ ਜਾਂ ਤੁਹਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹਦੇ ਲਈ ਜਿਹੜਾ ਉਹ ਸਹਾਈ ਹੋਵੇ ਤੇ ਜੇ ਅਸੀਂ ਰਲ ਕੇ ਸਾਰੇ ਯਤਨ ਕਰੀਏ। ਬਹੁਤ ਸ਼ੁਕਰੀਆ ਸਰ, ਧੰਨਵਾਦ ਤੁਹਾਡਾ ਇਸ ਪੇਸ਼ਕਸ਼ ਦੇ ਲਈ ਵੀ, ਸਾਡੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਵੀ ਸ਼ੁਕਰੀਆ ਜੀ। ਤੇ ਯਾਕੂਬ, ਹੁਣ ਤੁਹਾਡੀ ਆਵਾਜ਼ ਦੇ ਵਿੱਚ ਹੀ ਮੈਂ ਚਾਹਾਂਗਾ ਤੁਸੀਂ ਗੁਣਗੁਣਾ ਕੇ ਸਾਡੇ ਸਰੋਤਿਆਂ ਦੇ ਨਾਲ ਇਸ ਗੀਤ ਦੇ ਕੁਝ ਬੋਲ ਸਾਂਝੇ ਕਰ ਦਿਓ, ਫਿਰ ਅੱਗੇ ਚੱਲ ਕੇ ਅਸੀਂ ਇਸ ਗੀਤ ਨੂੰ ਵੀ ਜ਼ਰੂਰ ਪਲੇ ਕਰ ਦਿਆਂਗੇ। ਜੀ ਬਿਲਕੁਲ। ਆਪਣੀਆਂ ਹੀ ਪੈੜਾਂ ਲੱਭਦੇ ਫਿਰਦੇ ਨੇ ਲੋਕ, ਕੰਡੇ 47 ਵਾਲੇ ਚੁਗਦੇ ਫਿਰਦੇ ਨੇ ਲੋਕ, ਕੰਡੇ 47 ਵਾਲੇ ਚੁਗਦੇ ਫਿਰਦੇ ਨੇ ਲੋਕ। ਬਹੁਤ ਅਜੀਬ ਹੁੰਦਾ ਏ ਮਿੱਟੀ ਦਾ ਮੋਹ, ਬਹੁਤ ਅਜੀਬ ਹੁੰਦਾ ਏ ਮਿੱਟੀ ਦਾ ਮੋਹ, ਐਵੇਂ ਨਹੀਂ ਘਰਾਂ ਚੋਂ ਘਰ, ਐਵੇਂ ਨਹੀਂ ਘਰਾਂ ਚੋਂ
ਘਰ ਲੱਭਦੇ ਫਿਰਦੇ ਨੇ ਲੋਕ, ਕੰਡੇ 47 ਵਾਲੇ ਚੁਗਦੇ ਫਿਰਦੇ ਨੇ ਲੋਕ। ਜ਼ਮੀਨ ਤੇ ਲੀਕਾਂ ਵਾ ਧਰਤੀ ਨੂੰ ਵੰਡ ਲਿਆ, ਜ਼ਮੀਨ ਤੇ ਲੀਕਾਂ ਵਾ ਧਰਤੀ ਨੂੰ ਵੰਡ ਲਿਆ। ਦਿਲ ਨਾ ਵੰਡੇ ਗਏ, ਦਿਲ ਨਾ ਵੰਡੇ ਗਏ, ਤੜਫਦੇ ਫਿਰਦੇ ਨੇ ਲੋਕ, ਕੰਡੇ 47 ਵਾਲੇ ਚੁਗਦੇ ਫਿਰਦੇ ਨੇ ਲੋਕ। ਉਹ ਗੁਨਾਹ ਜੋ ਉਹਨਾਂ ਨੇ ਕਦੇ ਕੀਤੇ ਹੀ ਨਹੀਂ, ਉਹ ਗੁਨਾਹ ਜੋ ਉਹਨਾਂ ਨੇ ਕਦੇ ਕੀਤੇ ਹੀ ਨਹੀਂ, ਸਜ਼ਾਵਾਂ ਉਹਨਾਂ ਦੀਆਂ ਭੁਗਤਦੇ ਫਿਰਦੇ ਨੇ ਲੋਕ, ਕੰਡੇ 47 ਵਾਲੇ ਚੁਗਦੇ ਫਿਰਦੇ ਨੇ ਲੋਕ, ਕੰਡੇ 47 ਵਾਲੇ ਚੁਗਦੇ ਫਿਰਦੇ ਨੇ ਲੋਕ, ਕੰਡੇ 47 ਵਾਲੇ ਚੁਗਦੇ ਫਿਰਦੇ ਨੇ ਲੋਕ। ਬਹੁਤ ਖੂਬ, ਬਹੁਤ ਖੂਬ। ਦੇਖੋ ਭਾਈ, ਬਹੁਤ ਮਿਹਰਬਾਨੀ ਵੀਰੇ, ਥੈਂਕ ਯੂ ਸੋ ਮਚ ਤੁਹਾਡਾ ਵੀ, ਤੇ ਮਾਣਕ ਸਾਹਿਬ ਦਾ ਇੱਕ ਵਾਰ ਫਿਰ ਧੰਨਵਾਦ। ਸਾਡੇ ਕਾਲਰਸ ਦਾ ਵੀ ਥੈਂਕਸ ਕਰਦੇ ਹਾਂ। ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਅੱਜ ਦੇ ਇਸ ਸਾਡੇ ਇਸ ਖਾਸ ਪੇਸ਼ਕਸ਼ ਦੇ ਨਾਲ ਸਾਥ ਦੇਣ ਦੇ ਲਈ। ਸੋ ਜਿੱਥੇ ਹੁਣ ਆਜ਼ਾਦੀ ਦੀ ਆਪਾਂ ਗੱਲ ਕਰ ਰਹੇ ਹਾਂ, ਉੱਥੇ ਨਾਲ ਉਹਨਾਂ ਲੋਕਾਂ ਨੂੰ ਵੀ ਯਾਦ ਕਰ ਰਹੇ ਹਾਂ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਵੰਡ ਦਾ ਜਾਂ ਉਸ ਕੰਡਿਆਂ ਵਾਲੀ ਗੱਲ, ਜਿਹੜੀ 47 ਦੇ ਕੰਡਿਆਂ ਦੀ ਗੱਲ ਜਿਹੜੀ ਅਸੀਂ ਕਰ ਰਹੇ ਹਾਂ, ਉਹਦਾ ਸ਼ਿਕਾਰ ਹੋਏ, ਉਹਦੇ ਤੋਂ ਅੱਜ ਵੀ ਦਰਦ ਮਹਿਸੂਸ ਕਰਦੇ ਆ। ਉਹਨਾਂ ਨੂੰ ਅਸੀਂ ਨਾਲ ਇਸ ਮੌਕੇ ਦੇ ਉੱਪਰ ਇੱਕ ਵਾਰ ਫਿਰ ਯਾਦ ਕਰਦੇ ਹਾਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਸਾਰਿਆਂ ਦਾ। ਸ਼ੁਕਰੀਆ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਜੀ। ਸੋ ਦੋਸਤੋ, ਹਰਜਿੰਦਰ ਗਿੱਲ ਸ਼ੋਅ ਸੁਣ ਰਹੇ ਸੀ ਤੁਸੀਂ, ਤੇ ਸਮਾਂ ਹੁਣ ਇਸ ਵੇਲੇ 2:58 ਹੋ ਗਏ ਨੇ, ਤੇ ਖੁਸ਼ੀ ਨਾਲ ਆਪਾਂ ਸਟੇਸ਼ਨ ID ਸਾਂਝੀ ਕਰ ਲਈਏ, ਤੇ ਫਿਰ ਆਪਾਂ ਅਗਲੇ ਹਿੱਸੇ ਦੇ ਵਿੱਚ ਕੋਸ਼ਿਸ਼ ਕਰਾਂਗੇ ਇਸ ਗੀਤ ਨੂੰ ਵੀ ਦੁਬਾਰਾ ਜਿਹੜਾ YouTube ਤੋਂ ਵੀ ਪਲੇ ਕਰੀਏ, ਤੇ ਨਾਲ ਇੱਕ ਵਾਰ ਫਿਰ ਬੇਨਤੀ ਕਰ ਦਿੰਦੇ ਕਿ ਤੁਸੀਂ ਇਹਨੂੰ ਸਰਚ ਕਰ ਸਕਦੇ ਹੋ, ਕੰਡੇ 47 ਵਾਲੇ ਸਰਚ ਕਰ ਲਿਓ, ਯਾਕੂਬ ਜਾਂ ਸਤਨਾਮ ਮਾਣਕ ਸਾਹਿਬ ਲਿਖ ਕੇ ਬੜੀ ਆਸਾਨੀ ਦੇ ਨਾਲ ਇਹ ਸਾਰਾ ਗੀਤ ਤੁਸੀਂ ਦੇਖ ਵੀ ਸਕੋਗੇ ਤੇ ਸੁਣ ਵੀ ਸਕੋਗੇ। For all the latest updates, please subscribe G Media Group and press the bell icon.